84 ਦਾ ਬੇਦਰਦ ਤਸੱਵਰ ਮਨਾਂ 'ਚ ਪੀੜ ਬਣ ਕੇ ਉੱਠਦਾ ਰਿਹਾ। ਸੱਚ ਕੀ ਸੀ? ਅਸਲ ਦੇ ਵਿੱਚ ਭੇਤ ਗੁੱਜਾ ਸੀ ਤੇ ਹਮੇਸ਼ਾ ਗੁੱਜਾ ਹੀ ਰਿਹਾ। ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ EI ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਹੋਈ ਪਹਿਲੀ ਫੌਜੀ ਕਾਰਵਾਈ ਨੂੰ ਲਗਭਗ 37 ਸਾਲ ਬੀਤ ਚੁੱਕੇ ਨੇ। ਉਸ ਸਮੇਂ ਦੀ ਸੱਚਾਈ ਅੱਜ ਵੀ ਹਰ ਕੋਈ ਜਾਣਨਾ ਚਾਹੁੰਦਾ। ਉਹ ਸੱਚ ਜਿਸ ਨੂੰ ਹਰ ਕਿਸੇ ਨੇ ਆਪੋ ਆਪਣੇ ਤਰੀਕੇ ਨਾਲ ਬਿਆਨ ਕੀਤਾ, ਆਪੋ ਆਪਣੇ ਤਰੀਕੇ ਨਾਲ ਲਿਖਿਆ, ਪਰ ਅਸਲ ਦੇ ਵਿੱਚ ਹਕੀਕਤ ਕੀ ਹੈ, ਹਮੇਸ਼ਾ ਇੱਕ ਗੁੱਜਾ ਭੇਤ ਹੀ ਬਣਿਆ ਰਿਹਾ। ਅੱਜ ਵੀ ਜਦੋਂ ਜੂਨ ਦਾ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਸਾਹਮਣੇ ਉਹ ਤਸਵੀਰਾਂ ਆ ਜਾਂਦੀਆਂ ਨੇ ਜੋ ਕਦੇ ਭੁਲਾਈਆਂ ਨਹੀਂ ਜਾ ਸਕਦੀਆਂ। ਗੱਲ ਹੈ ਅੱਜ ਤੋਂ 37 ਸਾਲ ਪਹਿਲਾਂ ਹੋਈ ਆਪਰੇਸ਼ਨ ਬਲੂ ਸਟਾਰ ਦੀ, ਯਾਨੀ ਕਿ ਸਾਕਾ ਨੀਲਾ ਤਾਰਾ ਦੀ। ਪੀਟੀਸੀ ਨਿਊਜ਼ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਦਰਸ਼ਕਾਂ ਤੱਕ ਉਹ ਗੱਲ ਪਹੁੰਚਾਈ ਜਾਵੇ, ਉਸ ਵਕਤ ਅਸਲ ਦੇ ਵਿੱਚ ਹੋਇਆ ਕੀ ਸੀ ਇਹ ਸਮਝਾਇਆ ਜਾਵੇ। ਕਿਹੋ ਜਿਹੇ ਹਾਲਾਤ ਸੀ, ਸੂਬਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦਾ ਇਸ ਦੇ ਵਿੱਚ ਕਿੰਨਾ ਕੁ ਰੋਲ ਸੀ। ਅਸੀਂ ਕੁਝ ਚਸ਼ਮਦੀਦ ਉਸ ਵਕਤ ਦੇ ਜਿਹੜੇ ਅਫਸਰ ਨੇ ਤੇ ਸੀਨੀਅਰ ਮੁਲਾਜ਼ਮ ਰਹੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ। ਇਸ ਸਾਰੇ ਮਸਲੇ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਇਸ ਸਾਰੇ ਮਸਲੇ ਤੋਂ ਪਰਦਾ ਹਟਾਉਣ ਦੀ ਕੋਸ਼ਿਸ਼ ਵੀ ਕੀਤੀ। ਵੇਖੋ ਸਾਡੀ ਖਾਸ ਪੇਸ਼ਕਸ਼ ਸਾਕੇ ਦਾ ਸੱਚ। ਸਾਕੇ ਦਾ ਸੱਚ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਉਣਾ ਚਾਹੁੰਦੇ ਹਾਂ। ਉਹ ਤਸਵੀਰਾਂ ਜਿਸ ਨੂੰ ਵੇਖ ਕੇ ਤੁਸੀਂ ਵੀ ਕੁਰਲਾ ਉੱਠੋਗੇ, ਤੁਹਾਡੇ ਵੀ ਜ਼ਖਮ ਛਲਣੀ ਹੋ ਜਾਣਗੇ। ਜੀ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਉਸ ਵਕਤ ਗੋਲੀ ਲੱਗੀ ਸੀ। ਅੱਜ ਵੀ ਉਹ ਸਰੂਪ ਜ਼ਖਮੀ ਹਾਲਤ ਦੇ ਵਿੱਚ ਰੱਖਿਆ ਗਿਆ, ਸੰਭਾਲ ਕੇ ਰੱਖਿਆ ਗਿਆ। ਇਹ ਤਸਵੀਰਾਂ ਦੇਖੋ। ਦਰਸ਼ਨ ਕਰੀਏ ਜੀ ਬੋਲੇ ਸੋਨਿਹਾ। ਤੋਂ ਉਹ ਜ਼ਖਮ ਸਿੱਖ ਕੌਮ ਦੇ ਹਿਰਦੇ ਤੇ ਨਾਸੂਰ ਬਣ ਕੇ ਰਿਸ ਰਹੇ ਨੇ ਜਦੋਂ ਆਪਣੇ ਹੀ ਮੁਲਕ ਦੇ ਵਿੱਚ ਆਪਣੀ ਹੀ ਸਰਕਾਰ ਵੱਲੋਂ ਸਿੱਖ ਕੌਮ ਨੂੰ ਇੰਜ ਦਰੜਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਦੇ ਸਭ ਤੋਂ ਪਵਿੱਤਰ ਸਥਾਨ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਪਿੱਛੇ ਨਾ ਹਟੀ ਇੰਦਰਾ ਗਾਂਧੀ ਦੀ ਸਰਕਾਰ। ਚੁਰਾਸੀ ਦੇ ਘੱਲੂਘਾਰੇ ਦਾ ਦਰਦ ਸਿੱਖ ਕੌਮ ਦੀ ਰੂਹ ਦੇ ਵਿੱਚ ਇਸ ਕਦਰ ਵਸਿਆ ਕਿ ਉਹਨਾਂ ਲਈ ਖੁਦ ਨੂੰ ਉਸ ਤੋਂ ਵੱਖ ਕਰਨਾ ਮੁਮਕਿਨ ਹੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜ਼ਖਮੀ ਹੋਏ ਇਹਨਾਂ ਅੰਗਾਂ ਨੂੰ ਵੇਖ ਕੇ 37 ਸਾਲ ਦੀ ਉਹ ਪੀੜ ਮੁੜ ਚੇਤੇ ਆ ਗਈ। ਇਹ ਦ੍ਰਿਸ਼ ਵੇਖ ਕੇ ਨਾ ਸਿਰਫ ਸਿੱਖ ਸਗੋਂ ਰੱਬ ਨੂੰ ਮੰਨਣ ਵਾਲੇ ਹਰ ਸ਼ਖਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ। ਸ਼੍ਰੋਮਣੀ ਕਮੇਟੀ ਦੇ ਫੈਸਲੇ ਨੇ ਅੱਜ ਦੀ ਪੀੜ੍ਹੀ ਨੂੰ ਵੀ ਉਸ ਦਰਦ ਦਾ ਅਹਿਸਾਸ ਕਰਵਾਇਆ ਜਿਸ ਨੂੰ ਹੁਣ ਤੱਕ ਉਹ ਸਿਰਫ ਕਹਾਣੀਆਂ ਦੇ ਵਿੱਚ ਹੀ ਸੁਣਦੇ ਆਏ ਸਨ। ਆਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਅਤੇ ਸਰਕਾਰੀ ਜਬਰ ਨਾਲ ਜ਼ਖਮੀ ਹੋਈ ਸਿੱਖ ਕੌਮ। ਉਹਨਾਂ ਦੇ ਗੁਰੂ ਦੇ ਸਰੂਪ ਇਹ ਸਾਬਤ ਕਰਦੇ ਨੇ ਕਿ ਤਸ਼ੱਦਦ ਢਾਉਣ ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ ਮੁਗਲਾਂ ਨੂੰ ਵੀ ਪਛਾੜ ਦਿੱਤਾ ਸੀ। ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਗੋਲੀਆਂ ਤੇ ਤੋਪਾਂ ਨਾਲ ਹਮਲਾ ਕੀਤਾ ਗਿਆ, ਉਸ ਸਮੇਂ ਸਿੱਖ ਕੌਮ ਨੂੰ ਤਾਂ ਨਿਸ਼ਾਨਾ ਬਣਾਇਆ ਹੀ ਗਿਆ। ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਵੀ ਇਸ ਜ਼ਬਰ ਦਾ ਸ਼ਿਕਾਰ ਬਣੇ। ਜਿਲਦ ਸਣੇ ਤਕਰੀਬਨ 90 ਅੰਗ ਇਸ ਪਾਵਨ ਸਰੂਪ ਦੇ ਜ਼ਖਮੀ ਹੋਏ, ਜਿਸ ਦੇ ਦਰਸ਼ਨ ਅੱਜ ਪੂਰੀ ਦੁਨੀਆ ਨੂੰ ਕਰਵਾਏ ਗਏ। ਪਿਆਰ ਸਾਹਿਬ ਦਰਸ਼ਨ ਕਰੀਏ ਜੀ ਬੋਲੇ ਸੋਨਿਹਾ। ਇਹ ਉਹ ਪਾਵਨ ਜਿਲਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਸ ਵਿੱਚ ਸੰਗਤ ਜੀ ਕਿਨਾਰੇ ਤੋਂ ਗੋਲੀ ਲੱਗੀ ਹੈ ਔਰ ਇਹ ਗੋਲੀ ਖਿਸਕਦੀ ਹੋਈ ਪੱਤਰਿਆਂ ਦੇ ਵਿੱਚ ਚਲੇ ਗਈ ਹੈ, ਜਿਹਦੇ ਆਪ ਜੀ ਬੜੇ ਪਿਆਰ ਨਾਲ ਦਰਸ਼ਨ ਕਰ ਰਹੇ ਹੋ। ਗੁਰੂ ਸਾਹਿਬ ਜੀ ਦੇ ਸ਼ਬਦਾਂ ਦਾ, ਰਾਗਾਂ ਦਾ ਜ਼ਿਕਰ ਕੀਤਾ ਗਿਆ। ਇਹ ਉਹ ਤਤਕਰੇ ਦੇ ਇਹ ਪਾਵਨ ਸਰੂਪ ਪਿਆਰ ਰਹਿਣ ਕਰਕੇ ਔਰ ਗੋਲੀ ਨਾਲ ਜ਼ਖਮੀ ਹੋਣ ਕਰਕੇ ਜਿੱਥੇ ਜਿੱਥੇ ਗੋਲੀ ਦੇ ਨਿਸ਼ਾਨ ਲੱਗੇ ਨੇ
37 ਸਾਲ ਤੋਂ ਉਸ ਪਾਵਨ ਸਰੂਪ ਅਤੇ ਜ਼ਖਮੀ ਕਰਨ ਵਾਲੀ ਗੋਲੀ ਵੀ ਸੰਭਾਲ ਕੇ ਰੱਖੀ ਗਈ ਹੈ ਤਾਂ ਜੋ ਪੂਰੀ ਦੁਨੀਆ ਨੂੰ ਇਹ ਪਤਾ ਲੱਗ ਸਕੇ ਕਿ ਸਾਡੇ ਗੁਰੂ ਤੇ ਗੋਲੀਆਂ ਚਲਾਉਣ ਵਾਲੇ ਕੋਈ ਹੋਰ ਨਹੀਂ ਬਲਕਿ ਆਪਣੀ ਹੀ ਸਰਕਾਰ ਸੀ। ਜ਼ਖਮੀ ਹੋਏ ਇਹਨਾਂ ਅੰਗਾਂ ਅਤੇ ਗੋਲੀ ਨੂੰ ਵੇਖ ਕੇ ਦਰਸ਼ਨ ਕਰਨ ਪਹੁੰਚੀ ਸੰਗਤ ਦੇ ਦਿਲ ਵੀ ਵਿਲੂੰਦਰੇ ਗਏ। ਬਹੁਤ ਦੁੱਖ ਲੱਗ ਰਿਹਾ ਹੈ ਜੀ, ਸ਼ਬਦ ਨਹੀਂ ਹੈਗੇ ਕਹਿਣ ਲਈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਗੁਰੂ ਨੂੰ ਵੀ ਇਸ ਜ਼ਾਲਮ ਸਰਕਾਰ ਨੇ ਬਖਸ਼ਿਆ ਨਹੀਂ ਆ। ਉਹ ਸਾਡੇ ਹਿਰਦੇ ਵਿੱਚ ਜਿੰਨਾ ਚਿਰ ਸਾਡੇ ਸਵਾਸ ਆ ਉਹਨਾਂ ਚਿਰ ਸਦਾ ਹੀ ਸਾਡੇ ਹਿਰਦੇ ਵਿੱਚ ਇਹ ਦੁੱਖ ਰਹੂਗਾ। ਸਾਡੇ ਪੂਰੀ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਪਏ ਨੇ ਤੇ ਆਪਣੇ ਦੇਸ਼ ਦੀ ਸਰਕਾਰ ਹੋਵੇ ਤੇ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਇਦਾਂ ਕਰੇ। ਬਹੁਤ ਦਿਲ ਦੁਖੀ ਹੈ। ਪਾਪੀਆਂ ਨੇ ਬਹੁਤ ਮਾੜਾ ਕੀਤਾ ਵਾਹਿਗੁਰੂ ਜੀ। ਇਹਨਾਂ ਨਹੀਂ ਸੋਚਿਆ ਵੀ ਇਹ ਸਾਡਾ ਸਿੱਖਾਂ ਦਾ ਗੁਰੂ ਆ। ਗੁਰੂ ਰਾਮਦਾਸ ਕਦੀ ਨਹੀਂ ਬਖਸ਼ੇਗਾ ਇਹਨਾਂ ਪਾਪੀਆਂ ਨੂੰ, ਕਦੀ ਵੀ ਨਹੀਂ ਬਖਸ਼ੇਗਾ। ਬਹੁਤ ਜ਼ਿਆਦਾ ਮਨ ਦੁਖੀ ਹੁੰਦਾ, ਪਰ ਇੰਨੀ ਮੰਨਤਾ ਕਰਨ ਵਾਲੀ ਇੰਨੇ ਸਥਾਨ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਬੇਅਦਬੀ ਕੀਤੀ ਆ, ਪਰ ਇਹਨਾਂ ਦਾ ਅੰਤ ਜਿਹੜਾ ਉਹ ਮਾੜਾ। ਦਰਸ਼ਨ ਕੀਤੇ ਤਾਂ ਬਹੁਤ ਮਨ ਨੂੰ ਦੁੱਖ ਹੋਇਆ ਵਾ ਇਸ ਗੱਲ ਦਾ ਵੀ ਉਦੋਂ ਜੋ ਇਹ ਕੁਝ ਵੀ ਇਹ ਭਾਣਾ ਵਰਤਿਆ ਨਹੀਂ ਵਰਤਣਾ ਚਾਹੀਦਾ। ਬਹੁਤ ਸਿੰਘ ਸ਼ਹੀਦ ਹੋਏ, ਬੱਚੇ ਛੋਟੇ ਸ਼ਹੀਦ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦਰਸ਼ਨੀ ਡਿਊਟੀ ਤੇ ਲੱਗੇ ਗੋਲੀਆਂ ਦੇ ਨਿਸ਼ਾਨ 37 ਸਾਲ ਬਾਅਦ ਵੀ ਉਸ ਘੱਲੂਘਾਰੇ ਦੀਆਂ ਕੋੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਨੇ। ਤੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਸ ਘੱਲੂਘਾਰੇ ਦੀ ਬਰਸੀ ਮੌਕੇ 3 ਦਿਨਾਂ ਦੇ ਲਈ ਇਹ ਸਰੂਪ ਦਰਸ਼ਨਾਂ ਦੇ ਲਈ ਰੱਖੇ ਗਏ ਨੇ। ਮਨਿੰਦਰ ਮੋਂਗਾ, PTC ਨਿਊਜ਼, ਅੰਮ੍ਰਿਤਸਰ। ਸੋ ਇਹ ਨਾ ਭੁੱਲਣਯੋਗ ਸਾਕਾ ਹੈ ਜਦੋਂ ਸਾਡੇ ਗੁਰੂ ਸਾਹਿਬਾਨ ਨੂੰ ਵੀ ਨਹੀਂ ਬਖਸ਼ਿਆ ਗਿਆ। ਅਸੀਂ ਇਸ ਪੂਰੇ ਮਸਲੇ ਦੀ ਪੜਤਾਲ ਕੀਤੀ ਤਾਂ ਸਾਡੀ ਇਸ ਪੜਤਾਲ ਦੌਰਾਨ ਕੁਝ ਗੱਲਾਂ ਅਜਿਹੀਆਂ ਵੀ ਸਾਹਮਣੇ ਆਈਆਂ ਜਿਸ ਬਾਰੇ ਹਾਲੇ ਤੱਕ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਸੀ। ਹਰ ਅਫਸਰ ਨੇ ਸਾਕਾ ਨੀਲਾ ਤਾਰਾ ਦੇ ਅਜਿਹੇ ਤੱਥਾਂ ਤੇ ਰੌਸ਼ਨੀ ਪਾਈ ਜਿਸ ਨੂੰ ਸੁਣ ਕੇ ਅਸੀਂ ਵੀ ਹੈਰਾਨ ਰਹਿ ਗਏ ਤੇ ਸਾਡੀ ਵੀ ਜਿਗਿਆਸਾ ਵੱਧ ਗਈ ਕਿ ਆਖਰਕਾਰ ਹੋਰ ਕਿੰਨਾ ਕੁਝ ਜੁੜਿਆ ਹੋਇਆ ਇਸ ਸਾਕੇ ਦੇ ਸੱਚ ਦੇ ਨਾਲ। ਦਹਾਕੇ ਬੀਤ ਗਏ ਤੇ ਪਿੱਛੇ ਛੱਡ ਗਏ ਕਈ ਗੁੱਝੇ ਸਵਾਲ ਜਿਨ੍ਹਾਂ ਉੱਤੇ ਸਮੇਂ ਦੀਆਂ ਕਹਾਣੀਆਂ, ਰਾਜਨੀਤਿਕ ਬਿਆਨਬਾਜ਼ੀਆਂ ਤੇ ਇਲਜ਼ਾਮਾਂ ਦੀ ਧੂੜ ਜੰਮਦੀ ਗਈ। ਪਰ ਹਕੀਕਤ ਕੀ ਹੈ, ਇਹ ਸਵਾਲ ਗੁੱਝਾ ਭੇਤ ਬਣ ਕੇ ਹੀ ਰਹਿ ਗਿਆ। ਇਹਨਾਂ ਸਵਾਲਾਂ ਜਵਾਬਾਂ ਦੀ ਸੱਚਾਈ ਨੂੰ ਬੇਪਰਦਾ ਕਰਨ ਦੀ ਕੋਸ਼ਿਸ਼ ਕੀਤੀ PTC ਨਿਊਜ਼ ਨੇ। ਸਮਾਂ 5 ਅਤੇ 6 ਜੂਨ 1984 ਦੀ ਦਰਮਿਆਨੀ ਰਾਤ। ਸਥਾਨ ਪੰਜਾਬ। ਸਾਕਾ ਨੀਲਾ ਤਾਰਾ ਨੂੰ ਲੈ ਕੇ PTC ਨਿਊਜ਼ ਵੱਲੋਂ ਕੀਤੀ ਘੋਖ ਪੜਤਾਲ ਤੋਂ ਕਈ ਗੱਲਾਂ ਸਾਹਮਣੇ ਆਈਆਂ ਜੋ ਸਪਸ਼ਟ ਕਰਦੀਆਂ ਨੇ ਕਿ ਫੌਜ ਦੇ ਪੰਜਾਬ 'ਚ ਦਾਖਲ ਹੋਣ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਏ ਹਮਲੇ ਤੱਕ ਅਜੇ ਵੀ ਕਈ ਗਲਤ ਧਾਰਨਾਵਾਂ ਪ੍ਰਚਲਿਤ ਨੇ। ਸਿਆਸੀ ਧਿਰਾਂ ਹੋਣ ਜਾਂ ਵਿਸ਼ਾ ਮਾਹਰ, ਉਹਨਾਂ ਵੱਲੋਂ ਕਈ ਤੱਥਾਂ ਨੂੰ ਆਪਣੀ ਸਮਝ ਮੁਤਾਬਕ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਸੱਚਾਈ ਜਾਣਨ ਦੇ ਲਈ ਅਸੀਂ ਉਸ ਵਕਤ ਅੰਮ੍ਰਿਤਸਰ ਅਤੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਤੈਨਾਤ ਅਫਸਰਾਂ ਨਾਲ ਸੰਪਰਕ ਕੀਤਾ ਜੋ ਕਿ ਆਪਣੀ ਜ਼ਿੰਦਗੀ ਦੇ ਇੱਕ ਅਜਿਹੇ ਪੜਾਅ 'ਚ ਨੇ ਜਿੱਥੇ ਸਿਰਫ ਆਰਾਮ ਕਰਨਾ ਹੀ ਰਹਿ ਗਿਆ। ਸੋ ਅਜਿਹੇ ਦੇ ਵਿੱਚ ਮਹਿਸੂਸ ਕੀਤਾ ਜਾਂਦਾ ਕਿ ਉਹ ਸੱਚ ਤੇ ਸਿਰਫ ਸੱਚ ਹੀ ਬੋਲ ਰਹੇ ਨੇ। ਤੱਥ ਸਾਹਮਣੇ ਆਏ ਕਿ ਸਾਕਾ ਨੀਲਾ ਤਾਰਾ ਦੀ ਉਸ ਵਕਤ ਦੀ ਪ੍ਰਧਾਨ ਮੰਤਰੀ ਅਤੇ ਉਸ ਦੇ ਸਹਿਯੋਗੀਆਂ ਦੀ ਗੈਰ ਕਾਨੂੰਨੀ ਕਾਰਵਾਈ ਸੀ ਜਿਸ ਵਿੱਚ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਹਨੇਰੇ 'ਚ ਰੱਖਿਆ ਗਿਆ। ਕਾਨੂੰਨੀ ਪ੍ਰਕਿਰਿਆ ਨੂੰ ਛਿੱਕੇ ਟੰਗ ਕੇ ਸੂਬੇ ਨੂੰ ਸਿੱਧਾ ਹੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ। वैसे तो लगे है सारा ऑपरेशन इलीगल सी। रोल ऑफ द सिविल एडमिनिस्ट्रेशन की सी, आई वुड से वर्चुअली जीरो। सारा कंट्रोल आर्मी कोल से। ਉਹ ਤੇ ਮਟੀਰੀਅਲ ਹੈ ਜੀ ਕਿ ਕਿਹਨੇ ਦਸਖਤ ਕੀਤੇ, ਕਿਹਨੇ ਚਿੱਠੀ ਲਿਖੀ। बाद च पता लगा है कि प्राइम मिनिस्टर ने खुद जनरल सुंदर जी ते जनरल बरार ਨੂੰ ਬੁਲਾ ਕੇ ਉਹਨਾਂ ਦੀ ਬਰੀਫਿੰਗ ਕੀਤੀ ਹੈ ਤੇ ਉਹਨਾਂ ਨੂੰ ਇਹ ਹੁਕਮ ਦਿੱਤੇ ਨੇ ਦਿੱਲੀ ਦੇ ਵਿੱਚ। ਜਦੋਂ ਗਵਰਨਮੈਂਟ ਦਾ ਨੋਟੀਫਿਕੇਸ਼ਨ ਹੋ ਜਾਏ ਉਹਦੇ 'ਚ ਐਵਰੀਬਾਡੀ ਉਹਦੇ 'ਚ
ਐਕਸੈਪਟ ਕਰਦੇ ਉਸ ਨੋਟੀਫਿਕੇਸ਼ਨ ਨਾਲ ਜੀ ਇਹ ਜਿਹੜਾ ਫੈਸਲਾ ਹੈ ਜੀ ਸਰਕਾਰ ਦਾ ਉੱਤੋਂ ਦਿੱਲੀ ਦਾ ਜੀ ਮੈਡਮ ਦਾ ਜੋ ਫੈਸਲਾ ਕਰੋਗੇ ਇੰਦਰਾ ਗਾਂਧੀ ਹੋਏ ਜੋ ਐਕਚੁਅਲੀ ਸੱਚਾਈ ਹੈਗੀ ਸਭ ਨੂੰ ਸੁਣ ਕੇ ਉਹ ਸਾਹਮਣੇ ਆਵੇ ਔਰ ਉਹਦੇ ਲਈ ਇੱਕ ਟਰੁੱਥ ਕਮਿਸ਼ਨ ਜਿਹੜਾ ਹੈ ਅਪਾਇੰਟ ਕਰਨਾ ਬਹੁਤ ਜ਼ਰੂਰੀ ਹੈ। ਸਾਬਕਾ ਮੁੱਖ ਸਕੱਤਰ ਸੁਰੇਂਦਰ ਸਿੰਘ ਧਨੋਆ ਉਮਰ 86 ਸਾਲ ਉਹਨਾਂ ਦੇ ਮੁਤਾਬਕ ਪੰਜਾਬ ਅਤੇ ਦਰਬਾਰ ਸਾਹਿਬ ਦੇ ਵਿੱਚ ਫੌਜ ਦੀ ਅਣਮਨੁੱਖੀ ਕਾਰਵਾਈ ਪੂਰੀ ਤਰ੍ਹਾਂ ਗੈਰ ਕਾਨੂੰਨੀ ਸੀ। ਹੈਰਾਨੀ ਮੈਨੂੰ ਇਸ ਗੱਲ ਦੀ ਹੋਈ ਕਿ ਇਹ ਫੌਜ ਜੋ ਕਿਸੇ ਮੈਜਿਸਟ੍ਰੇਟ ਨੂੰ ਬੁਲਾ ਰਹੀ ਸੀ और गवर्नमेंट में भी हो रहा है तो इलीगली फौज सारे पंजाब तक कितना पहुँच गई पहुँची हुई तो होम सैकटरी ने मैंने दसिया भाई गवर्नर ने भी रिकमेंड किया होम सैकटरी ने दसिया भाई 3 जून को गवर्नर ने कहा भी सेंटर कहना है भाई फौज को बुलाया जाए 3 जून थोड़ा पता फौज पर आ चुकी थी ऑलरेडी लेकिन फिर उन्हें दसिया वो लिखे 3 लाइन की लैटर दी गवर्नमेंट आ जा मैनू तो लगे सारा ऑपरेशन इलीगल सी। ਉਹਨਾਂ ਇਹ ਵੀ ਕਿਹਾ ਕਿ ਫੌਜੀ ਕਾਰਵਾਈ ਦਾ ਫੈਸਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੇਂਦਰੀ ਮੰਤਰੀ ਅਰੁਣ ਨਹਿਰੂ ਅਤੇ ਉਹਨਾਂ ਦੇ ਸਲਾਹਕਾਰ ਦੇ ਪੱਧਰ ਤੇ ਹੋਇਆ ਸੀ। मेरा ख्याल है पंजाब के सारे चैप्टर का जिम्मेवार अरुण नਹਿਰੂ ਸੀ ਉਹ ਸੀਗਾ ਤਾਂ ਮਿਨਿਸਟਰ ਆਫ ਸਟੇਟ लेकिन जो वो कह रहा सो होता तो वो बहुत ही एंटी सिक्स ਸੀਗਾ। ਧੁਨਾ ਸਾਹਿਬ ਦੀ ਇਸ ਗੱਲ ਨੂੰ ਉਸ ਵਕਤ ਦੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ NS ਰਤਨ ਜੋ ਕਿ 75 ਸਾਲ ਦੇ ਨੇ ਉਹਨਾਂ ਨੇ ਵੀ ਤਸਦੀਕ ਕੀਤਾ। ਆਰਮੀ ਨੂੰ ਬੁਲਾਉਣ ਦਾ ਇੱਕ ਸਪੈਸੀਫਿਕ ਪ੍ਰੋਵੀਜ਼ਨ ਹੈ। ਨਾਰਮਲ ਸਰਕਮਸਟੈਂਸਸ 'ਚ ਜੇ ਜ਼ਿਲ੍ਹੇ ਦੇ ਵਿੱਚ ਆਰਮੀ ਕਾਲ ਕਰਨੀ ਹੈ ਤੇ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਰਿਕੁਐਸਟ ਹੁੰਦੀ ਹੈ ਕਿ ਉਹ ਪਹਿਲੇ ਰਿਕੁਐਸਟ ਕਰੇਗਾ ਪਰ ਉਹ ਕਿਸ ਤਰ੍ਹਾਂ ਹੁੰਦੀ ਹੈ डिस्ट्रिक्ट मैजिस्ट्रेट रिक्वेस्ट भेजेगा अपनी गवर्नमेंट हैडक्वार्टर में चीफ सैकटरी चीफ सैकटरी विल गेट इन टच विद द एरिया कमांडर एरिया कमांडर ਨੂੰ ਦੱਸਿਆ ਜਾਏਗਾ ਉਹਦੀ ਐਡਵਾਂਸ ਟੀਮ ਆਏਗੀ ਉਸ ਅਸੈਸ ਕਰਨਗੇ ਸਿਚੁਏਸ਼ਨ ਕੀ ਹੈ ਕਿੰਨੇ ਕੁ ਬੰਦੇ ਚਾਹੀਦੇ ਨੇ ਬਟ ਇਨ ਦਿਸ ਬਲੂ ਸਟਾਰ देयर वाज नो सच प्रोसीजर फॉलो। ਰਤਨ ਜੀ ਹੋਰਾਂ ਨੇ ਦੱਸਿਆ ਕਿ ਉਸ ਵਕਤ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਜ਼ੀਰੋ ਕਰ ਦਿੱਤਾ ਗਿਆ ਸੀ। ਰੋਲ ਆਫ ਦੀ ਸਿਵਲ ਐਡਮਿਨਿਸਟ੍ਰੇਸ਼ਨ ਕੀ ਸੀ ਆਈ ਵੁੱਡ ਸੇ ਵਰਚੁਅਲੀ ਜ਼ੀਰੋ। ਸਾਰਾ ਕੰਟਰੋਲ ਆਰਮੀ ਕੋਲ ਸੀ ਟੈਲੀਫੋਨ ਕਮਿਊਨੀਕੇਸ਼ਨ ਕੋਈ ਨਹੀਂ ਸੀ ਲਿੰਕ ਕੋਈ ਨਹੀਂ ਸੀ ਮੈਸੇजेस ਕੋਈ ਨਹੀਂ ਸੀ। ਰਤਨ ਨੇ ਉਸ ਵਿਵਾਦ ਬਾਰੇ ਵੀ ਸੱਚਾਈ ਪੇਸ਼ ਕੀਤੀ ਜਿਸ ਦੇ ਵਿੱਚ ਇਲਜ਼ਾਮ ਸੀ ਕਿ ਰਮੇਸ਼ ਚੰਦਰ ਸਿੰਘ ਨੇ ਫੌਜ ਨੂੰ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਦੀ ਮਨਜ਼ੂਰੀ ਦਿੱਤੀ। Ramesh Chandra told the general concern कि मेरे रिटन ऑर्डर्स मेरी गवर्नमेंट को लै दो तो उस तो बाद तुसी जो मर्जी करो आई एम नॉट बॉदर्ड बट विदाउट अथॉरिटी फ्रॉम द स्टेट गवर्नमेंट आई विल नॉट परमिट यू टू ओपन फायर और सो दैट वाज द फर्स्ट मतलब कि रमेश चंद्र ने ऑर्डर नहीं ਦਿੱਤੇ ਅੰਦਰ ਦੇ ਜਾਣ ਅੰਦਰ ਕੋਈ ਰਿਟਰਨ ਆਰਡਰ ਨਹੀਂ ਉਹਨੇ ਦਿੱਤੇ। ਫਿਰ ਕਿੰਨਾ ਵੜ ਗਈ ਫੌਜ ਕਿਉਂਕਿ ਧੱਕਾ ਸੀ। ਤੁਹਾਨੂੰ ਪਤਾ ਕਿ ਪੁਲਿਸ ਆਫੀਸਰ ਇੱਕ ਨੇ ਫਾਇਰ ਕਰਨ ਤੋਂ ਵੀ ਰਿਫਿਊਜ਼ ਕਰ ਦਿੱਤਾ ਸੀ। ਅੱਛਾ ਨੋਬਡੀ ਨੋਸ ਕੋਈ ਕਿਸੇ ਬੰਦੇ ਨੂੰ ਉਹਦੀ ਖਬਰ ਤੱਕ ਵੀ ਨਹੀਂ ਹੈਗੀ। ਕੌਣ ਸੀ ਔਰ ਉਹ ਡਿਸਮਿਸ ਕਰਨ ਤੱਕ ਗਵਰਨਮੈਂਟ ਗਈ ਸੀ। ਉਹ ਸੀ ਗੁਰਦਿਆਲ ਸਿੰਘ ਪੰਧੇਰ ਅੱਛਾ IPS। ਉਸ ਵੇਲੇ ਤੇ ਤਤਕਾਲੀ ਦੂਜੇ ਮੁੱਖ ਸਕੱਤਰ KD ਵਾਸੂਦੇਵਾ ਜੋ ਇਸ ਵਕਤ ਲਗਭਗ 87 ਸਾਲ ਦੇ ਨੇ ਉਹਨਾਂ ਦੇ ਮੁਤਾਬਕ ਫੌਜ ਦੀ ਕਾਰਵਾਈ ਦਾ ਫੈਸਲਾ ਸਿਰਫ ਤੇ ਸਿਰਫ ਕੇਂਦਰ ਸਰਕਾਰ ਦਾ ਸੀ ਅਤੇ ਪੰਜਾਬ ਦੇ ਗਵਰਨਰ ਨੂੰ ਤਾਂ ਸਿਰਫ ਚਿੱਠੀ ਜਾਰੀ ਕਰਨ ਲਈ ਆਦੇਸ਼ ਦਿੱਤੇ ਗਏ ਜੋ ਕਿ ਉਸ ਵਕਤ ਦੇ ਗ੍ਰਹਿ ਸਕੱਤਰ
ਅਮਰੀਕ ਸਿੰਘ ਪੂਨੀ ਨੇ ਜਾਰੀ ਕੀਤੀ। ਪਰ ਇੱਕ ਮਿਸਕਨਸੈਪਸ਼ਨ ਇਹ ਹੈ ਕਿ ਆਰਮੀ ਨੂੰ ਲਿਆਉਣ ਵਾਸਤੇ ਬਿਕੋਜ਼ ਗੁਰਦੇਵ ਸਿੰਘ ਬਰਾੜ ਵਾਸ ਰਿਫਿਊਜ਼ਿੰਗ ਟੂ ਅਲਾਉ ਦੀ ਆਰਮੀ ਐਂਡ ਦੈਟਸ ਵਾਈ ਰਮੇਸ਼ਿੰਦਰ ਵਾਸ ਕਾਲਡ ਇਨ, ਵਾਸ ਇਟ ਕਰੈਕਟ? ਬਿਲਕੁਲ ਗਲਤ ਹੈ ਜੀ। ਇਹ ਤੇ ਗਵਰਨਰ ਸਾਹਿਬ ਦਿੱਲੀ ਤੋਂ ਆ ਕੇ ਉਹਨਾਂ ਨੇ ਬੁਲਾਇਆ ਸੀ ਮੈਨੂੰ ਔਰ ਹੋਮ ਸੈਕਟਰੀ ਨੂੰ, ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਡਿਸਾਈਡ ਕੀਤਾ ਟੂ ਕਾਲ ਇਨ ਦੀ ਆਰਮੀ ਐਂਡ ਜਨਰਲ ਸੁੰਦਰ ਜੀ ਇਜ਼ ਕਮਿੰਗ ਇਨ ਅ ਫਿਊ ਮਿੰਟਸ ਐਂਡ ਜਨਰਲ ਸੁੰਦਰ ਜੀ ਕੇਮ ਇਨ ਅ ਫਿਊ ਮਿੰਟਸ ਐਂਡ ਦੀ ਰੈਸਟ ਇਜ਼ ਹਿਸਟਰੀ। ਵਾਸੁਦੇਵਾ ਨੇ ਇਹ ਵੀ ਸਪਸ਼ਟ ਕੀਤਾ ਕਿ ਡਿਪਟੀ ਕਮਿਸ਼ਨਰ ਬਰਾੜ ਨੇ ਵਿਦੇਸ਼ ਜਾਣ ਲਈ ਛੁੱਟੀ ਦੀ ਦਰਖਾਸਤ ਪਹਿਲਾਂ ਹੀ ਦਿੱਤੀ ਹੋਈ ਸੀ। ਉਸ ਦਾ ਫੌਜੀ ਕਾਰਵਾਈ ਦੇ ਨਾਲ ਕੋਈ ਸਬੰਧ ਨਹੀਂ ਸੀ। ਗੁਰਦੇਵ ਸਿੰਘ ਨੇ ਛੁੱਟੀ ਜਾਣਾ ਸੀ, ਅਪਲਾਈ ਕੀਤਾ ਹੋਇਆ ਸੀ, ਔਰ ਰਮੇਸ਼ਿੰਦਰ ਸਿੰਘ ਮੌਜ਼ੂਮ ਸੂਟੇਬਲ ਆਫਿਸਰ ਸਮਝਿਆ ਗਿਆ ਉੱਥੇ ਦੀ ਪੋਸਟਿੰਗ ਲਈ। ਉਸ ਵਕਤ ਮੌਕੇ ਤੇ ਤੈਨਾਤ ਬ੍ਰਿਗੇਡੀਅਰ ਓਂਕਾਰ ਸਿੰਘ ਗੁਰਾਇਆ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਓਂਕਾਰ ਸਿੰਘ ਨੇ ਸਪਸ਼ਟ ਕੀਤਾ ਕਿ ਫੌਜ ਦੀ ਕਾਰਵਾਈ ਦੇ ਹੁਕਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਆਏ ਸਨ। ਇਸ ਦੇ ਵਿੱਚ ਡਿਪਟੀ ਕਮਿਸ਼ਨਰ ਦਾ ਕੋਈ ਰੋਲ ਨਹੀਂ ਸੀ। ਬਾਅਦ ਵਿੱਚ ਪਤਾ ਲੱਗਾ, ਉਸ ਦਿਨ ਤਾਂ ਨਹੀਂ ਪਤਾ ਲੱਗਾ, ਪਰ ਇਹ ਬਾਅਦ 'ਚ ਪਤਾ ਲੱਗਾ ਹੈ ਕਿ ਪ੍ਰਾਈਮ ਮਿਨਿਸਟਰ ਨੇ ਖੁਦ ਜਨਰਲ ਸੁੰਦਰ ਜੀ ਤੇ ਜਨਰਲ ਬਰਾੜ ਨੂੰ ਬੁਲਾ ਕੇ ਉਹਨਾਂ ਦੀ ਬਰੀਫਿੰਗ ਕੀਤੀ ਹੈ ਤੇ ਉਹਨਾਂ ਨੂੰ ਇਹ ਹੁਕਮ ਦਿੱਤੇ ਨੇ ਦਿੱਲੀ ਦੇ ਵਿੱਚ, DC ਇਜ਼ ਨੋਬਡੀ ਟੂ ਅਲਾਓ ਔਰ ਨਾਟ ਅਲਾਓ। ਜਦੋਂ ਹੁਕਮ ਪ੍ਰਾਈਮ ਮਿਨਿਸਟਰ ਤੋਂ ਆਏ ਨੇ ਤੇ DC ਕੈਨ ਐਟ ਦੀ ਮੋਸਟ ਸੇ ਕਿ ਆਈ ਡੋਂਟ ਐਗਰੀ। ਉਸ ਸਮੇਂ ਦੇ ਸੀਨੀਅਰ ਅਫਸਰਾਂ ਦੇ ਵਿੱਚੋਂ ਇੱਕ ਅਫਸਰ ਸਨ ਤਤਕਾਲੀ DIG BSF GS ਪੰਦੇਰ, ਜਿਨ੍ਹਾਂ ਨੇ ਦੱਸਿਆ ਕਿ ਹਾਲਾਤ ਉਸ ਵਕਤ ਇੰਨੇ ਖਰਾਬ ਸੀ ਕਿ ਉਸ ਵਕਤ ਕੇਂਦਰ ਸਰਕਾਰ ਨੇ ਸਾਰੇ ਫੈਸਲੇ ਆਪਣੇ ਹੱਥ ਦੇ ਵਿੱਚ ਲੈ ਲਏ ਤੇ ਇਹਨਾਂ ਫੈਸਲਿਆਂ ਉੱਪਰ DC ਨੂੰ ਹੁਕਮ ਮੰਨਣਾ ਹੀ ਪੈਂਦਾ ਸੀ। ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਟਿੱਚ ਸਮਝਦਿਆਂ ਹੋਇਆਂ ਉਸ ਵਕਤ ਸਾਈਡਲਾਈਨ ਕਰ ਦਿੱਤਾ ਤੇ ਸਾਰੀਆਂ ਪਾਵਰਾਂ ਆਪਣੇ ਹੱਥ ਲੈ ਲਈਆਂ। ਉਸ ਵਕਤ ਦੇ DIG BSF ਅੰਮ੍ਰਿਤਸਰ ਗੁਰਦਿਆਲ ਸਿੰਘ ਪੰਦੇਰ, ਜਿਨ੍ਹਾਂ ਉੱਤੇ ਦੇਸ਼ ਧਰੋਹ ਦਾ ਇਲਜ਼ਾਮ ਲਗਾਇਆ ਗਿਆ, ਨੇ PTC ਨੂੰ ਦੱਸਿਆ 3 ਜੂਨ ਨੂੰ ਸਵੇਰੇ ਗਵਰਨਮੈਂਟ ਆਫ ਪੰਜਾਬ ਨੇ ਨੋਟੀਫਿਕੇਸ਼ਨ ਇਸ਼ੂ ਕੀਤਾ ਸੀ ਕਿ ਸਿਚੁਏਸ਼ਨ ਇਜ਼ ਵੈਰੀ ਬੈਡ, ਤੋ ਦੇ ਹੈਵ ਹੈਂਡਡ ਓਵਰ ਟੂ ਦਾ ਸਿਚੁਏਸ਼ਨ ਟੂ ਦਾ ਆਰਮੀ ਟੂ ਬ੍ਰਿੰਗ ਇਟ ਅੰਡਰ ਕੰਟਰੋਲ। ਜਦੋਂ ਗਵਰਨਮੈਂਟ ਦਾ ਨੋਟੀਫਿਕੇਸ਼ਨ ਹੋ ਜਾਏ ਉਹਦੇ 'ਚ ਐਵਰੀਬਾਡੀ ਉਹਦੇ 'ਚ ਐਕਸੈਪਟ ਕਰਦੇ ਉਸ ਨੋਟੀਫਿਕੇਸ਼ਨ ਨਾਲ। DC ਨੇ ਵੀ ਲਿਖ ਕੇ ਦਿੱਤਾ ਸੀ, DC ਦੀ ਲੋੜ ਨਹੀਂ ਸੀ ਉਹਦੇ 'ਚ, ਗਵਰਨਮੈਂਟ ਦੇ DC ਆਟੋਮੈਟਿਕਲੀ ਉਹਨਾਂ ਦੇ ਹੁਕਮ ਮੰਨੇਗਾ। ਪੰਦੇਰ ਹੁਰਾਂ ਨੇ ਫੌਜੀ ਜਰਨੈਲ ਕੁਲਦੀਪ ਸਿੰਘ ਬਰਾੜ ਦਾ ਵੀ ਜ਼ਿਕਰ ਕੀਤਾ। ਜਰਨੈਲ ਸਾਹਿਬ ਨੇ ਮੀਟਿੰਗ ਕੀਤੀ, ਜਰਨੈਲ ਸਾਹਿਬ ਆਪਣੇ ਜਨਰਲ ਕੁਲਦੀਪ ਸਿੰਘ ਬਰਾੜ ਸੀਗੇ ਮੇਜਰ ਜਨਰਲ, ਹਾਂਜੀ, ਤੋ ਉਹਦੇ ਸੀਗਾ ਜੀ ਉਹ ਸਾਨੂੰ ਕਿ ਜੀ ਆਹ ਸਿਚੁਏਸ਼ਨ ਆ, ਸਮਬਡੀ ਇਟਸ ਏ ਵੈਰੀ ਮਾਈਨਰ ਸਰਜੀਕਲ ਆਪਰੇਸ਼ਨ, ਇਟ ਵਿਲ ਬੀ ਓਵਰ ਇਨ ਨੋ ਟਾਈਮ ਐਂਡ ਦਿਸ ਥਿੰਗ ਦੈਟ ਥਿੰਗ। ਮੈਂ ਕਿਹਾ ਜੀ ਇਹ it is not a very surgical operation, it will be a pakka big operation because there cannot be better death for a Sikh than to die defending his faith। तो ਪਿੰਡਰਾਂ ਵਾਲੇ ਦਾ 100 ਬੰਦਾ ਪੱਕਾ ਕਮਿਟਡ ਹੈਗਾ, ਉਹਨੇ ਤਾਂ ਮਰਨਾ ਹੀ ਮਰਨਾ, ਤੇ 25 ਬੰਦੇ ਤੁਹਾਡੇ ਮਰ ਜਾਏ, ਤੁਸੀਂ ਇਹਨਾਂ ਦਾ ਪਾਣੀ ਕੱਟ ਦਿਓ, ਬਿਜਲੀ no it will be over in no time, this is a do or die, not to reason why। CRPF ਦੇ DIG BP ਤਿਵਾਰੀ ਨੇ ਪੇਚੀਦਾ ਹਾਲਾਤਾਂ ਤੇ ਰੌਸ਼ਨੀ ਪਾਉਂਦਿਆਂ ਹੋਇਆਂ ਕਿਹਾ ਕਿ ਵੱਖ-ਵੱਖ ਸੁਰੱਖਿਆ ਏਜੰਸੀਆਂ ਇੱਕ ਦੂਜੇ ਉੱਤੇ ਆਰੋਪ ਲਾਉਂਦੀਆਂ ਸਨ। Well, what normally happens is when a number of agencies are involved and the results are not achieved, natural tendency is to blame one another. And this sort of thing, of course, was there. The CRPF had a feeling that local police was not cooperating and vice versa. I flew to Mount Abu, National Security Academy, to attend a meeting called by the then Prime Minister on the 8th of June, 84. ਉਸ ਵਕਤ ਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਦੇਵ ਸਿੰਘ ਬਰਾੜ ਨੇ ਵੀ ਮੰਨਿਆ ਕਿ ਕਾਰਵਾਈ ਦੇ ਹੁਕਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਆਏ ਸਨ। ਜਦੋਂ ਮੈਂ ਅੰਮ੍ਰਿਤਸਰ DC ਪਹੁੰਚਿਆ, ਉਹਦਾ ਸਪਸ਼ਟ ਸੀ ਕਿ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਰਾਈਟ ਅਪ ਟੂ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮੈਨੇਜ ਕਰਨਾ ਉਹ ਸੈਂਟਰ ਦੇ ਇਸ਼ਾਰੇ 'ਤੇ ਹੋ ਰਿਹਾ ਸੀ। ਸਾਡੇ ਨਾਲ ਤਾਂ ਕੋਈ ਪੁੱਛਦਾ ਹੀ ਨਹੀਂ ਸੀ, ਫੈਸਲੇ ਦਾ ਸੈਂਟਰ ਕਰਦਾ ਹੀ, ਦਿੱਲੀੋਂ ਕਿਹਨੂੰ ਕਰਨਾ ਕਿਹਨੂੰ ਭੇਜਣਾ। ਪਰ ਉਹਦਾ ਜਿਹੜੀ ਆਲਰੇਡੀ ਇੰਨੀ BSF ਤੇ CRPF ਉੱਥੇ ਲਾਈ ਵੀ ਸੀ, ਉਹ ਪਤਾ ਨਹੀਂ ਕਿਹਦੀ ਅਥਾਰਟੀ ਉੱਥੇ ਲੱਗੀ ਸੀ।
ਉਹਨਾਂ ਇਹ ਵੀ ਕਿਹਾ ਕਿ ਬਾਵਜੂਦ ਵਿਰੋਧ ਦੇ ਸਰਕਾਰ ਨੇ 2 ਜੂਨ ਰਾਤ ਦੇ 9 ਵਜੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਤੋਂ ਕਰਫਿਊ ਲਗਵਾ ਦਿੱਤਾ। 9 ਵਜੇ ਰਾਤ ਨੂੰ ਟੈਲੀਫੋਨ ਇਹਨਾਂ ਨੇ ਸਾਰੇ ਜਿਹੜੇ ਕਹਿੰਦੇ ਜੀ ਜ਼ਰੂਰ ਲਵਾਓ ਦੀ 2 ਤਰੀਕ ਨੂੰ। ਉਹ ਇਹ ਕੋਈ ਸੈਂਟਰ ਦੀ ਪਤਾ ਨਹੀਂ ਕੀ ਇਹ ਵਿਚਾਰ ਸੀ ਵੀ ਜਿਹੜੇ ਬੰਦੇ ਦਰਬਾਰ ਸਾਹਿਬ ਉਸ ਵੇਲੇ ਚੰਗੇ ਗੁੱਡ ਨੰਬਰ 'ਚ ਆਏ ਹੈ, ਚਾਹੇ ਉਹ ਸ਼ਰਧਾਲੂ ਹੈ ਤੇ ਚਾਹੇ ਵਿੱਚ ਉਹਨਾਂ 'ਚ ਕੋਈ ਐਜੀਟੇਟਰ ਹੈ ਜਾਂ ਮਿਸਕ੍ਰੀਐਂਟ ਹੈ, ਉਹਨਾਂ ਨੂੰ ਉੱਥੇ ਹੀ ਉਹਨਾਂ ਨੂੰ ਘੇਰ ਕੇ ਰੱਖਣਾ ਚਾਹੁੰਦੇ ਸੀ। ਉਹਨਾਂ ਇਹ ਵੀ ਕਿਹਾ ਕਿ ਫੌਜੀ ਕਾਰਵਾਈ ਦੇ ਹੁਕਮ ਇੰਦਰਾ ਗਾਂਧੀ ਵੱਲੋਂ ਜਾਰੀ ਕੀਤੇ ਗਏ ਸਨ। ਜੀ ਇਹ ਜਿਹੜਾ ਫੈਸਲਾ ਹੈ ਜੀ ਸਰਕਾਰ ਦਾ ਉੱਤੋਂ ਦਿੱਲੀ ਦਾ ਜੀ ਮੈਡਮ ਦਾ ਜੋ ਫੈਸਲਾ ਕਰੋਗੇ ਇੰਦਰਾ ਗਾਂਧੀ ਹੋਏ। ਸਰਦਾਰ ਗੁਰਦੇਵ ਸਿੰਘ ਦੀ ਥਾਂ ਨਵੇਂ ਆਏ ਡਿਪਟੀ ਕਮਿਸ਼ਨਰ ਰਮੇਸ਼ਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਫੌਜੀ ਕਾਰਵਾਈ ਦੀ ਅਨੁਮਤੀ ਤਕਨੀਕੀ ਰੂਪ ਦੇ ਵਿੱਚ ਉਸ ਵਕਤ ਦੇ ਗ੍ਰਹਿ ਸਕੱਤਰ ਅਮਰੀਕ ਸਿੰਘ ਪੂਨੀ ਨੇ ਦਿੱਤੀ ਸੀ। ਐਕਚੁਅਲੀ ਫੌਜ ਦੀ ਫਾਰਮਲ ਰੈਕੁਜੀਸ਼ਨ ਜਿਹੜੀ ਹੈ ਉਸ ਸਮੇਂ ਦੇ ਪੰਜਾਬ ਦੇ ਗ੍ਰਹਿ ਸਕੱਤਰ ਸਰਦਾਰ ਅਮਰੀਕ ਸਿੰਘ ਪੁਨੀ ਤੋਂ ਗਵਰਨਰ ਸਾਹਿਬ ਨੇ ਚਿੱਠੀ ਲਿਖਾ ਕੇ KD ਵਾਸੂਦੇਵਾ ਸਾਹਿਬ ਚੀਫ ਸੈਕਟਰੀ ਸੀਗੇ, ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਫੌਜ ਨੂੰ ਭੇਜੀ ਤੇ ਫੌਜ ਨੂੰ ਬੁਲਾਇਆ ਗਿਆ। ਜਿੱਥੇ ਤੱਕ ਮੈਨੂੰ ਪਤਾ ਨਾ ਜੀ SS ਧਨੋਆ ਸਾਬਕਾ ਚੀਫ ਸੈਕਟਰੀ ਸਾਹਿਬ ਨੇ ਇੱਕ ਕਿਤਾਬ ਲਿਖੀ ਹੈ, ਉਹਦੇ 'ਚ ਉਹਨਾਂ ਨੇ ਪੁਨੀ ਸਾਹਿਬ ਦੀ ਚਿੱਠੀ ਵੀ ਕੋਟ ਕੀਤੀ ਹੈ। ਉਸ ਦੇ ਹਿਸਾਬ ਦੇ ਨਾਲ 2 ਜੂਨ ਨੂੰ ਜਿਹੜਾ ਹੈਗਾ ਪੁਨੀ ਸਾਹਿਬ ਤੋਂ ਚਿੱਠੀ ਲਿਖਾਈ ਗਈ। ਬਟ ਇਹ ਸਹੀ ਗੱਲ ਹੈ ਕਿ ਫੌਜ ਪੰਜਾਬ 'ਚ ਪਹਿਲਾਂ ਪਹੁੰਚ ਚੁੱਕੀ ਸੀਗੀ ਔਰ ਐਕਸ਼ਨ ਨਾ ਸਿਰਫ ਕੱਲਾ ਦਰਬਾਰ ਸਾਹਿਬ ਹੋਇਆ ਹੈਗਾ, ਕਈ ਹਿਸਟੋਰੀਕਲ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੱਦਾਂ ਪਟਿਆਲੇ ਜਿਹੜਾ ਹੈਗਾ ਦੁੱਖ ਨਿਵਾਰਨ ਹੋਇਆ, ਆਨੰਦਪੁਰ ਸਾਹਿਬ ਹੋਇਆ, ਮੁਕਤਸਰ ਹੋਇਆ, ਇਹ ਹੋਏ ਨੇਗੇ। ਪਰ ਕਿਤੇ ਵੀ ਕਿਸੇ ਵੀ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਫੌਜ ਰੈਕੁਜੀਸ਼ਨ ਨਹੀਂ ਹੋਈ ਪੰਜਾਬ 'ਚ। ਉਹਨਾਂ ਇਹ ਵੀ ਕਿਹਾ ਕਿ 1978 ਤੋਂ ਪੰਜਾਬ ਦੇ ਵਿੱਚ ਤੈਨਾਤ ਸਨ ਅਤੇ ਇਹ ਕਹਿਣਾ ਬਿਲਕੁਲ ਠੀਕ ਨਹੀਂ ਕਿ ਉਹਨਾਂ ਨੂੰ 1984 ਦੇ ਵਿੱਚ ਹੀ ਅੰਮ੍ਰਿਤਸਰ ਲਗਾਇਆ ਗਿਆ। ਮੈਂ ਪੰਜਾਬ 'ਚ ਸਨ 1978 ਅਗਸਤ ਦੇ ਵਿੱਚ ਆ ਗਿਆ ਸੀ। ਮੇਰੀ ਪਹਿਲੀ ਪੋਸਟਿੰਗ ਐਜ਼ ਐਡੀਸ਼ਨਲ ਡਿਪਟੀ ਕਮਿਸ਼ਨਰ ਫਰੀਦਕੋਟ ਸੀ। ਸਿਮਰਨਜੀਤ ਸਿੰਘ ਮਾਨ ਮੇਰਾ ਗਵਾਂਢੀ ਸੀ, ਉੱਥੇ SSP ਸੀ। ਉਦੋਂ ਬਾਅਦ ਮੈਂ ADC ਸੰਗਰੂਰ ਸਰਵ ਕੀਤਾ, ਉਦੋਂ ਬਾਅਦ ਜੁਆਇੰਟ ਸੈਕਟਰੀ ਐਜੂਕੇਸ਼ਨ ਰਿਹਾ ਤੇ ਉਦੋਂ ਬਾਅਦ ਮੇਰੀ ਲਾਸਟ ਪੋਸਟਿੰਗ ਸੀਗੀ ਡਾਇਰੈਕਟਰ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ। ਉਸ ਪੋਸਟਿੰਗ ਦੇ ਦੌਰਾਨ ਫਿਰ ਮੈਨੂੰ ਸਾਲ 1 ਰਿਹਾ ਮੈਂ ਉਸ ਪੋਸਟ ਤੇ। ਮੈਂ ਅੰਮ੍ਰਿਤਸਰ ਇਹਨਾਂ ਦੀ ਛੁੱਟੀ ਜਾਣ ਦੀ ਵਜ੍ਹਾ ਕਰਕੇ ਅਪ੍ਰੈਲ 'ਚ ਮੈਨੂੰ ਕਿਹਾ ਗਿਆ ਕਿ ਮਈ 'ਚ ਜਾ ਕੇ ਤੁਸੀਂ ਅੰਡਰ ਸਟੱਡੀ ਕਰੋ। ਇਸ ਸਾਰੇ ਮੁੱਦੇ ਤੇ ਵਾਰ-ਵਾਰ ਟਰੁੱਥ ਕਮਿਸ਼ਨ ਬਣਾਉਣ ਦੀ ਮੰਗ ਵੀ ਉੱਠਦੀ ਰਹੀ ਕਿ ਅਜਿਹਾ ਕਮਿਸ਼ਨ ਬਣਾਇਆ ਜਾਵੇ ਜੋ ਇਸ ਸਾਰੇ ਮਸਲੇ ਦੀ ਸੱਚਾਈ ਸਾਰੀ ਦੁਨੀਆ ਦੇ ਸਾਹਮਣੇ ਲੈ ਕੇ ਆਏ। ਕਿ ਇਹ ਹਮਲਾ ਟਲ ਨਹੀਂ ਸਕਦਾ ਸੀ, ਕਿ ਹਮਲਾ ਹੀ ਇੱਕ ਅਜਿਹਾ ਜ਼ਰੀਆ ਰਹਿ ਗਿਆ ਸੀ ਕਿ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਸੀ, ਕਿ ਸ਼ਾਂਤੀ ਨਾਲ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਸੀ। ਇਹਨਾਂ ਸਾਰੇ ਮੁੱਦਿਆਂ ਬਾਰੇ ਟਰੁੱਥ ਕਮਿਸ਼ਨ ਦੀ ਮੰਗ ਵਾਰ-ਵਾਰ ਕੀਤੀ ਜਾ ਰਹੀ ਹੈ ਕਿ ਟਰੁੱਥ ਕਮਿਸ਼ਨ ਬਣਾਇਆ ਜਾਵੇ ਤਾਂ ਜੋ ਸੱਚ ਸਭ ਦੇ ਸਾਹਮਣੇ ਆਵੇ। ਰਮੇਸ਼ਿੰਦਰ ਸਿੰਘ ਨੇ ਇਸ ਵਾਰ-ਵਾਰ ਪੱਖ ਦੇ ਵਿਵਾਦ ਨੂੰ ਖਤਮ ਕਰਨ ਦੇ ਲਈ ਮੰਗ ਕੀਤੀ ਹੈ ਕਿ ਇੱਕ ਟਰੁੱਥ ਕਮਿਸ਼ਨ ਗਠਿਤ ਕੀਤਾ ਜਾਏ ਤਾਂ ਜੋ ਪਤਾ ਚੱਲ ਸਕੇ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਸਾਕਾ ਨੀਲਾ ਤਾਰਾ ਨੂੰ ਅੰਜਾਮ ਦਿੱਤਾ ਗਿਆ ਤੇ ਕਿਹੜੀਆਂ ਉਹ ਧਿਰਾਂ ਨੇ ਜਿਹੜੀਆਂ ਸਿੱਧੇ ਤੌਰ ਤੇ ਇਸ ਦੇ ਲਈ ਜ਼ਿੰਮੇਵਾਰ ਨੇ। ਇੰਨੇ ਸਾਲ ਬੀਤਣ ਤੋਂ ਬਾਅਦ ਵੀ ਹਰ ਬਲੂ ਸਟਾਰ ਦੀ ਐਨਵਰਸਰੀ ਦੇ ਸਮੇਂ ਵੱਖ-ਵੱਖ ਪਾਰਟੀਆਂ, ਵੱਖ-ਵੱਖ ਬੰਦੇ ਆਪਣੇ ਸੋਚ ਸਮਝ ਜਾਂ ਪਰਸੈਪਸ਼ਨ ਦੇ ਹਿਸਾਬ ਦੇ ਨਾਲ ਫੈਕਟਸ ਨੂੰ ਪ੍ਰੈਜ਼ੈਂਟ ਕਰਦੇ ਨੇ, ਭਾਵਨਾਵਾਂ ਦੁਆਰਾ ਉਛਾਲਣ ਦੀ ਕੋਸ਼ਿਸ਼ ਕੀਤੀਆਂ ਜਾਂਦੀਆਂ ਨੇਗੀਆਂ। ਇਹ ਸਾਰੀ ਚੀਜ਼ ਦਾ ਇੱਕ ਕਲੋਜ਼ਰ ਹੋਣਾ ਚਾਹੀਦਾ ਹੈਗਾ ਔਰ ਕਲੋਜ਼ਰ ਤਦੇ ਹੋਏਗਾ ਜੇ ਇੱਕ ਫਾਈਨਲ ਸੱਚਾਈ ਜਿਹੜੀ ਹੈਗੀ ਹੈ, ਤੁਹਾਡੀ ਜਾਂ ਮੇਰੀ ਸੱਚਾਈ ਨਹੀਂ, ਜੋ ਐਕਚੁਅਲੀ ਸੱਚਾਈ ਹੈਗੀ ਸਭ ਨੂੰ ਸੁਣ ਕੇ ਉਹ ਸਾਹਮਣੇ ਆਵੇ। ਔਰ ਉਹਦੇ ਲਈ ਇੱਕ ਟਰੁੱਥ ਕਮਿਸ਼ਨ ਜਿਹੜਾ ਹੈ ਅਪਾਇੰਟ ਕਰਨਾ ਬਹੁਤ ਜ਼ਰੂਰੀ ਹੈ। ਇੱਕ ਸੁਪਰੀਮ ਕੋਰਟ ਦੇ ਲੈਵਲ ਦੇ ਜੁਡੀਸ਼ੀਅਲ ਜਿਹੜੀ ਹੈਗੀ ਹੈ ਉਹਦੀ ਸਾਰੀਆਂ ਧਾਰਾਵਾਂ ਦਾ ਐਵੀਡੈਂਸ ਲਿਆ ਜਾਵੇ ਤਾਂ ਕਿ ਕਿਹਦਾ ਕੀ ਰੋਲ ਰਿਹਾ, ਅੱਤਵਾਦੀਆਂ ਨੇ ਕੀ ਕੀਤਾ, ਐਕਸ਼ਨ ਕੀ ਹੋਇਆ, ਆਪਰੇਸ਼ਨ ਕੀ ਹੋਇਆ, ਵੱਖ-ਵੱਖ ਲੀਡਰਾਂ ਦਾ ਕੀ ਰੋਲ ਸੀਗਾ, ਅਫਸਰਾਂ ਦਾ ਕੀ ਰੋਲ ਸੀਗਾ, ਇਹ ਇੱਕ ਵਾਰ ਬਿਲਕੁਲ ਕਲੋਜ਼ ਹੋ ਜਾਵੇ ਚੈਪਟਰ ਜਿਹੜਾ ਹੈ। ਸੋ ਜੂਨ 1984 ਦਾ ਮਹੀਨਾ ਜਦੋਂ ਆਉਂਦਾ ਹੈ, ਸਿੱਖ ਹਿਰਦੇ ਵਲੂੰਦਰੇ ਜਾਂਦੇ ਨੇ। ਅੱਖਾਂ ਸਾਹਮਣੇ ਉਹ ਤਸ਼ੱਦਦ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਜੋ ਉਸ ਵੇਲੇ ਦੀ ਕੇਂਦਰ ਸਰਕਾਰ ਦੀ ਗਿਣੀ ਮਿੱਥੀ ਸਾਜ਼ਿਸ਼ ਦਾ ਸ਼ਿਕਾਰ ਹੋਈ। ਸੋ ਸਮੇਂ-ਸਮੇਂ ਤੇ ਜ਼ੋਰਦਾਰ ਤਰੀਕੇ ਨਾਲ ਇਹ ਮੰਗ ਉੱਠਦੀ ਰਹੀ ਹੈ ਸਾਕਾ ਨੀਲਾ ਤਾਰਾ ਆਪਰੇਸ਼ਨ ਦੀ ਤਸਵੀਰ ਸਾਫ਼ ਹੋਣੀ ਚਾਹੀਦੀ ਹੈ, ਕਿਉਂਕਿ ਵਾਰ-ਵਾਰ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਸਾਕਾ ਨੀਲਾ ਤਾਰਾ ਨੂੰ ਅੰਜਾਮ ਦੇਣ ਦੇ ਲਈ ਭਾਰਤ ਸਰਕਾਰ ਨੇ ਵਿਦੇਸ਼ੀ ਤਾਕਤਾਂ ਦੀ ਵੀ ਮਦਦ ਲਈ ਸੀ। ਸੋ ਇਹਨਾਂ ਸਾਰੇ ਚਸ਼ਮਦੀਦਾਂ ਦੇ ਬਿਆਨਾਂ ਤੋਂ ਬਾਅਦ ਇੱਕ ਗੱਲ ਬਿਲਕੁਲ ਸਾਫ਼ ਹੋ ਗਈ ਹੈ
ਕਿ ਇਹ ਸੋਚੀ ਸਮਝੀ ਵਿਉਂਤਬੰਦੀ ਸੀ ਜੋ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਘੜੀ ਗਈ ਸੀ ਅਤੇ ਸੂਬਾ ਸਰਕਾਰ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਮਦੋਲਦਿਆਂ ਹੋਇਆਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸੋ ਉਸ ਵਕਤ ਦੇ ਇਹਨਾਂ ਅਫਸਰਾਂ ਨੇ ਸਭ ਕੁਝ ਸਾਫ਼ ਕਰ ਦਿੱਤਾ ਕਿ ਸਾਰੀਆਂ ਤਾਕਤਾਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਹੱਥ ਦੇ ਵਿੱਚ ਲੈ ਲਈਆਂ ਤੇ ਸਾਰਾ ਇਹ ਦੁਖਾਂਤ ਇੰਦਰਾ ਗਾਂਧੀ ਦੇ ਕਹਿਣ ਤੇ ਵਾਪਰਿਆ। ਸਾਕਾ ਨੀਲਾ ਤਾਰਾ ਦੁਖਾਂਤ ਦੌਰਾਨ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ। ਜਾਨੀ ਨੁਕਸਾਨ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਢਹਿ ਢੇਰੀ ਕਰ ਦਿੱਤਾ ਗਿਆ। 3 ਜੂਨ ਦਿਨ ਐਤਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ। ਫੌਜ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਪੂਰੇ ਪੰਜਾਬ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ। ਜੋ ਸੰਗਤ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੀ ਉਹ ਅੰਦਰ ਹੀ ਰਹਿ ਗਈ ਅਤੇ ਬਾਹਰੋਂ ਕਿਸੇ ਨੂੰ ਵੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਸਭ ਦੇ ਵਿਚਕਾਰ 3 ਜੂਨ ਦਾ ਸੂਰਜ ਡੁੱਬਣ ਦੇ ਨਾਲ ਹੀ ਫੌਜ ਨੇ ਹੁਕਮ ਮਿਲਣ ਦੇ ਨਾਲ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਦੌਰ ਦੇ ਵਿੱਚ ਇਹ ਗੋਲੀਬਾਰੀ ਕੁਝ ਹਲਕੀ ਸੀ। ਪੂਰੀ ਰਾਤ ਰੁਕ ਕੇ ਗੋਲੀਬਾਰੀ ਦੋਹਾਂ ਪਾਸਿਓਂ ਹੁੰਦੀ ਰਹੀ। ਫੌਜ ਨੇ ਖਾੜਕੂਆਂ ਦੇ ਅਸਲੇ ਦੀ ਤਾਕਤ ਦਾ ਅੰਦਾਜ਼ਾ ਲਗਾਉਣ ਲਈ ਆਪਣੀ ਇਹ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਫੌਜ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਲਗਭਗ ਸਾਰੀਆਂ ਇਮਾਰਤਾਂ ਤੇ ਆਪਣੇ ਜਵਾਨਾਂ ਨੂੰ ਭਾਰੀ ਅਸਲੇ ਬਾਰੂਦ ਨਾਲ ਤੈਨਾਤ ਕਰ ਦਿੱਤਾ। 4 ਜੂਨ ਦਿਨ ਸੋਮਵਾਰ ਸੂਰਜ ਦੀ ਟਿੱਕੀ ਅਸਮਾਨ 'ਚ ਚਮਕੀ। ਫੌਜ ਨੇ ਸਿੱਖ ਇਤਿਹਾਸ ਦੇ ਸਭ ਤੋਂ ਅਹਿਮ ਨਿਸ਼ਾਨ ਬੁੰਗਾ ਰਾਮਗੜੀਆ ਵੱਲ ਨੂੰ ਆਪਣੀਆਂ ਮਸ਼ੀਨ ਗੰਨਾਂ ਦੇ ਮੂੰਹ ਖੋਲ ਦਿੱਤੇ। ਗੋਲੀਬਾਰੀ ਤੇਜ਼ ਹੋ ਗਈ। ਫੌਜ ਨੇ ਬਾਰੂਦੀ ਪਾਊਡਰ ਦੀ ਵਰਤੋਂ ਕੀਤੀ ਅਤੇ ਜਨਰਲ ਸੁਬੇਗ ਸਿੰਘ ਵੱਲੋਂ ਵਿਛਾਏ ਗਏ ਜਾਲ ਨੂੰ ਭੇਦਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਫੌਜ ਨੇ ਗੁਰੂ ਨਾਨਕ ਨਿਵਾਸ ਦੀ ਇਮਾਰਤ ਦੇ ਕੋਲ ਟੈਂਕ ਅਤੇ APC ਤੈਨਾਤ ਕਰ ਦਿੱਤੇ। ਇਸ ਥਾਂ ਤੇ ਹੋਈ ਗੋਲੀਬਾਰੀ ਦੌਰਾਨ ਲਗਭਗ 100 ਲੋਕ ਮਾਰੇ ਗਏ। ਹੁਣ ਫੌਜ ਦੇ ਕਮਾਂਡਰ KS ਬਰਾੜ ਨੂੰ ਸਮਝ ਆ ਗਈ ਸੀ ਕਿ ਉਹਨਾਂ ਜੋ ਵਿਉਂਤਬੰਦੀ ਤਿਆਰ ਕੀਤੀ ਹੈ ਉਹ ਉਨੀ ਪੁਖਤਾ ਨਹੀਂ ਹੈ ਅਤੇ ਖੜਕੂਆਂ ਕੋਲ ਅਸਲਾ ਬਾਰੂਦ ਕਾਫੀ ਵੱਡੀ ਮਾਤਰਾ ਦੇ ਵਿੱਚ ਹੈ। ਹਾਲਾਤ ਵਿਗੜਦੇ ਵੇਖ ਫੌਜ ਨੇ ਕੁਝ ਸਮੇਂ ਲਈ ਗੋਲੀਬਾਰੀ ਰੋਕੀ ਅਤੇ ਉਸ ਵੇਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਗੱਲਬਾਤ ਲਈ ਪਿੰਡਰਾਵਾਲੇ ਅਤੇ ਉਹਨਾਂ ਦੇ ਸਮਰਥਕਾਂ ਕੋਲ ਭੇਜਿਆ ਗਿਆ ਤਾਂ ਜੋ ਉਹਨਾਂ ਨੂੰ ਆਤਮ ਸਮਰਪਣ ਲਈ ਮਨਾਇਆ ਜਾ ਸਕੇ। ਪਰ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਉਹ ਵਾਪਸ ਪਰਤ ਆਏ, ਜਿਸ ਮਗਰੋਂ ਗੋਲੀਬਾਰੀ ਇੱਕ ਵਾਰ ਮੁੜ ਤੋਂ ਸ਼ੁਰੂ ਹੋ ਗਈ। ਛੇ ਜੂਨ ਰਾਤ 2 ਵਜੇ ਇਸ ਵੇਲੇ ਤੱਕ ਇਹ ਸਾਫ਼ ਹੋ ਚੁੱਕਾ ਸੀ ਕਿ ਖਾੜਕੂਆਂ ਦੀ ਤਿਆਰੀ ਬਹੁਤ ਤਕੜੀ ਅਤੇ ਬਕਾਇਦਾ ਵਿਉਂਤਬੰਦੀ ਵਾਲੀ ਹੈ ਤੇ ਉਹ ਕਿਸੇ ਵੀ ਹਾਲਤ ਵਿੱਚ ਆਤਮ ਸਮਰਪਣ ਨਹੀਂ ਕਰਨ ਵਾਲੇ। ਫੌਜ ਦਾ ਭਾਰੀ ਨੁਕਸਾਨ ਹੋ ਚੁੱਕਾ ਸੀ। ਆਪਣਾ ਸਾਰਾ ਪਲਾਨ ਚੌਪਟ ਹੁੰਦਾ ਵੇਖ ਇੱਕ ਕਮਾਂਡਿੰਗ ਅਫਸਰ ਨੇ ਬਰਾੜ ਤੋਂ ਟੈਂਕ ਦੀ ਮੰਗ ਕੀਤੀ। ਬਰਾੜ ਨੂੰ ਵੀ ਇਹ ਸਮਝ ਆ ਚੁੱਕਾ ਸੀ ਕਿ ਹੁਣ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ। ਸਵੇਰੇ 5:10 ਬਰਾੜ ਨੂੰ ਖਬਰ ਮਿਲੀ ਕਿ ਕੇਂਦਰ ਸਰਕਾਰ ਨੇ ਟੈਂਕ ਦੀ ਵਰਤੋਂ ਦੇ ਹੁਕਮ ਦੇ ਦਿੱਤੇ ਨੇ। ਬਸ ਫਿਰ ਕੀ ਸੀ, 5:21 ਤੇ ਫੌਜ ਨੇ ਟੈਂਕ ਨਾਲ ਪਹਿਲਾ ਹਮਲਾ ਕੀਤਾ। ਜਵਾਬ ਦੇ ਵਿੱਚ ਖਾੜਕੂਆਂ ਨੇ ਵੀ ਐਂਟੀ ਟੈਂਕ ਮੋਰਟਾਰ ਦਾਗੇ, ਪਰ ਫੌਜ ਨੇ ਕਵਰਿੰਗ ਫਾਇਰਿੰਗ ਨਾਲ ਟੈਂਕਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। 6 ਜੂਨ ਸਵੇਰੇ 11 ਵਜੇ ਸੂਰਜ ਦੀ ਤਿੱਖੀ ਧੁੱਪ ਨੇ ਸਾਫ਼ ਕਰ ਦਿੱਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਹੁਣ ਫੌਜ ਦੇ ਕਬਜ਼ੇ ਤੋਂ ਬਹੁਤਾ ਦੂਰ ਨਹੀਂ। ਜਾਣਕਾਰੀ ਦੇ ਮੁਤਾਬਕ ਇਸੇ ਦੌਰਾਨ ਇੱਕ ਜ਼ੋਰਦਾਰ ਧਮਾਕਾ ਹੋਇਆ। ਫੌਜ ਨੇ ਸਮਝਿਆ ਕਿ ਧਮਾਕਾ ਜਾਣਬੁੱਝ ਕੇ ਕੀਤਾ ਗਿਆ ਤਾਂ ਜੋ ਭਿੰਡਰਾਵਾਲਾ ਮਿਲਟਰੀ ਮਾਸਟਰਮਾਈਂਡ ਸ਼ਬਾਗ ਸਿੰਘ ਅਤੇ ਉਹਨਾਂ ਦੇ ਖਾੜਕੂ ਸਾਥੀ ਲੁੱਕ ਕੇ ਮੌਕੇ ਤੋਂ ਭੱਜ ਸਕਣ। ਪਰ ਜਦੋਂ ਧੂਏ ਦਾ ਗੁਬਾਰ ਹਟਿਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕਾ ਸੀ। ਇਸ ਧਮਾਕੇ ਦੇ ਨਾਲ ਹੀ ਆਪਰੇਸ਼ਨ ਬਲੂ ਸਟਾਰ ਖਤਮ ਹੋ ਗਿਆ ਤੇ ਬਾਕੀ ਬਚੇ ਖਾੜਕੂ ਹੋਰਨਾਂ ਮੋਰਚਿਆਂ ਚੋਂ ਬਾਹਰ ਨਿਕਲਣ ਲੱਗੇ, ਜਿਨ੍ਹਾਂ ਨੂੰ ਫੌਜ ਨੇ ਗ੍ਰਿਫਤਾਰ ਕਰ ਲਿਆ। ਜੂਨ 1984 ਦੇ ਪਹਿਲੇ ਹਫ਼ਤੇ 'ਚ ਵਾਪਰੇ ਇਸ ਦੁਖਾਂਤ ਨੇ ਪੰਜਾਬ ਦੇ ਮਾਹੌਲ ਨੂੰ ਅਜਿਹੇ ਪੁੱਠੇ ਗੇੜ 'ਚ ਪਾਇਆ ਕਿ ਸਾਕਾ ਬਲੂ ਸਟਾਰ ਹੋਣ ਤੋਂ ਬਾਅਦ ਲਗਭਗ ਇੱਕ ਦਹਾਕੇ ਤੱਕ ਪੰਜਾਬ ਦੇ ਲੋਕਾਂ ਨੂੰ ਕਾਲੇ ਦੌਰ ਨਾਲ ਜੂਝਣਾ ਪਿਆ। ਇਹੀ ਉਮੀਦ ਅਤੇ ਇਹੀ ਅਰਦਾਸ ਕਰਦੇ ਹਾਂ ਕਿ ਪੰਜਾਬ ਨੂੰ ਅਜਿਹੇ ਕਾਲੇ ਦੌਰ ਦਾ ਮੁੜ ਕੇ ਕਦੇ ਵੀ ਸਾਹਮਣਾ ਨਾ ਕਰਨਾ ਪਵੇ। ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਇਆ ਉਹ ਹੋਇਆ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ। ਅਨਮੋਲ ਖਜ਼ਾਨਾ ਲੁੱਟ ਲਿਆ ਗਿਆ, ਸਾੜ ਦਿੱਤਾ ਗਿਆ ਤੇ ਉਸ ਖਜ਼ਾਨੇ ਦੀ ਅੱਜ ਵੀ ਸਿੱਖ ਕੌਮ ਮੰਗ ਕਰਦੀ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ 27 ਅਕਤੂਬਰ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਤਾ ਪਾਸ ਕਰਕੇ ਸਥਾਪਿਤ ਕੀਤੀ ਗਈ ਸੀ।
ਦਰਅਸਲ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਜੜ੍ਹਾਂ ਉਦੋਂ ਤੋਂ ਵੇਖੀਆਂ ਜਾ ਰਹੀਆਂ ਸਨ ਜਦੋਂ ਅੰਮ੍ਰਿਤਸਰ ਦੇ ਇਤਿਹਾਸ ਦੇ ਖਾਲਸਾ ਕਾਲਜ ਵਿਖੇ 10 ਫਰਵਰੀ 1945 ਨੂੰ ਰਾਜਕੁਮਾਰੀ ਬੰਬਾ ਦੀ ਅਗਵਾਈ ਦੇ ਵਿੱਚ ਸਿੱਖ ਹਿਸਟੋਰੀਕਲ ਸੁਸਾਇਟੀ ਦੀ ਮੀਟਿੰਗ ਹੋਈ, ਜਿਸ ਦੇ ਵਿੱਚ ਸੈਂਟਰਲ ਸਿੱਖ ਲਾਇਬ੍ਰੇਰੀ ਨੂੰ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ। ਬਾਅਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਲਾਇਬ੍ਰੇਰੀ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਨਾਮ ਦਿੱਤਾ। ਸਿੱਖਾਂ ਦਾ ਅਨਮੋਲ ਖਜ਼ਾਨਾ ਇਸ ਲਾਇਬ੍ਰੇਰੀ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ। ਭਾਰਤੀ ਫੌਜ ਵੱਲੋਂ ਜਾਰੀ ਸਫੇਦ ਪੇਪਰ ਦੇ ਮੁਤਾਬਕ ਸਾਕਾ ਨੀਲਾ ਤਾਰਾ ਦੌਰਾਨ 1984 ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਸੜ ਕੇ ਸੁਆਹ ਹੋ ਗਈ ਸੀ, ਪਰ ਲੋਕਾਂ ਦਾ ਕਹਿਣਾ ਸੀ ਕਿ 6 ਜੂਨ ਨੂੰ ਵੀ ਲਾਇਬ੍ਰੇਰੀ ਦਾ ਕੁਝ ਵੀ ਨਹੀਂ ਸੀ ਵਿਗੜਿਆ। ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ, ਜੋ ਕਿ ਅਰਦਾਸੀਆ ਸਿੰਘ ਸਨ, ਉਹਨਾਂ ਦੇ ਮੁਤਾਬਕ ਸਾਕਾ ਨੀਲਾ ਤਾਰਾ ਆਪਰੇਸ਼ਨ ਤੋਂ ਬਾਅਦ ਲਾਇਬ੍ਰੇਰੀ ਵੇਖੀ ਗਈ ਤਾਂ ਲਾਇਬ੍ਰੇਰੀ ਦੇ ਵਿੱਚ ਕੋਈ ਵੀ ਅਜਿਹੇ ਨਿਸ਼ਾਨ ਨਹੀਂ ਸਨ ਜਿਸ ਤੋਂ ਇਹ ਲੱਗੇ ਕਿ ਲਾਇਬ੍ਰੇਰੀ ਸਾੜੀ ਗਈ ਹੈ। ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਦੇ ਮੁਤਾਬਕ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸਿੱਖ ਧਰਮ, ਇਤਿਹਾਸ ਅਤੇ ਸੱਭਿਆਚਾਰ ਦਾ ਬਹੁਮੁੱਲਾ ਦਸਤਾਵੇਜ਼ ਅਤੇ ਕੀਮਤੀ ਖਜ਼ਾਨਾ ਵੀ ਕਥਿਤ ਤੌਰ ਤੇ ਭਾਰਤੀ ਫੌਜ ਟਰੱਕਾਂ 'ਚ ਭਰ ਕੇ ਲੈ ਗਈ ਸੀ ਅਤੇ ਉਹਨਾਂ ਟਰੱਕਾਂ ਨੂੰ ਅੰਮ੍ਰਿਤਸਰ ਦੇ ਯੂਥ ਕਲੱਬ 'ਚ ਖੜਾ ਕੀਤਾ ਗਿਆ ਸੀ। ਬਾਅਦ ਦੇ ਵਿੱਚ ਲਿਖਤਾਂ ਕਿੱਥੇ ਗਈਆਂ ਕਿਸੇ ਨੂੰ ਕੋਈ ਪਤਾ ਨਹੀਂ। ਉੱਥੇ ਕੋਈ ਵੀ ਐਸੀ ਨਿਸ਼ਾਨੀ ਨਹੀਂ ਮੈਨੂੰ ਦਿਸਦੀ ਵੀ ਇਹ ਲਾਇਬ੍ਰੇਰੀ ਸੜੀ ਹੋਵੇਗੀ। ਅੱਗ ਲੱਗੀ ਨਾਲ ਥੋੜਾ ਧੂਆਂ ਜਾਂ ਕੋਈ ਉਹਦੇ ਨਾਲ ਜਿਹੜੀ ਸੁਆਹ ਥੋੜੀ ਘਣੀ ਭਾਵੇਂ ਜਿੰਨਾ ਮਰਜ਼ੀ ਧੋ ਲਓ, ਸਾਫ਼ ਕਰ ਲਓ, ਫਿਰ ਵੀ ਉਹ ਆਪਣੀ ਨਿਸ਼ਾਨੀ ਰਹਿ ਜਾਂਦੀ ਆ, ਪਰ ਉਹ ਕਮਰਿਆਂ ਦੇ ਵਿੱਚ ਕੋਈ ਨਿਸ਼ਾਨੀ ਨਹੀਂ ਸੀ ਦਿਸਦੀ। ਮੈਨੂੰ ਇਹ ਪ੍ਰਤੀਤ ਹੋਇਆ ਵੀ ਇਹ ਲਾਇਬ੍ਰੇਰੀ ਸਾੜੀ ਨਹੀਂ, ਇਹ ਸਾਰਾ ਸਾਡਾ ਸਾਹਿਤ ਸੀਗਾ, ਹੱਥ ਲਿਖਤ ਤੇ ਸਰੂਪ ਸਾਰੇ ਇਹ ਲੈ ਗਏ। ਉਦੋਂ ਬਾਅਦ ਵੀ ਕੁਝ ਬੰਦਿਆਂ ਨੇ ਦੱਸੀ ਗੱਲ ਵੀ ਇੱਥੋਂ ਟਰੰਕ ਲਿਆ ਕੇ ਸਾਰੇ ਸਰੂਪ ਸਮਾਨ ਜਿੰਨਾ ਸੀ ਪਾ ਕੇ ਇੱਥੋਂ ਲੱਦ ਕੇ ਟਰੱਕਾਂ ਤੇ ਲੈ ਗਏ ਨੇ। ਲਾਇਬ੍ਰੇਰੀ ਸਾੜੀ ਨਹੀਂ ਹੈ, ਇਹ ਸਾੜ ਦੀ ਗੱਲ ਕਰਦੇ ਰਹੇ ਨੇ ਤੇ ਕੁਝ ਸਾਡੇ ਉੱਚ ਅਧਿਕਾਰੀ ਕਹਿੰਦੇ ਨੇ ਵੀ ਸਰੂਪ ਦੇਤੇ ਨੇ, ਉਹਨਾਂ ਨੇ ਵਾਪਸ ਕਰਤੇ ਨੇ। ਉਹ ਸਰੂਪਾਂ ਨੂੰ ਮੈਂ ਚੰਗੀ ਤਰ੍ਹਾਂ ਦਰਸ਼ਨ ਕੀਤੇ ਆ, ਸੰਭਾਲ ਕਰਦੇ ਨੇ। ਇੱਕ 8 ਕੋਣੇ ਦਾ ਸਰੂਪ ਸੀ ਜਿਹੜਾ ਲਾਹੌਰੋਂ ਪਾਕਿਸਤਾਨ ਤੋਂ ਬਾਅਦ ਇੱਥੇ ਆਇਆ ਸੀ, ਚੰਦਨ ਦੀ ਬਣੀ ਹੋਈ ਵਧੀਆ ਜਿਹੜੀ ਸੀਗੀ ਉਹ ਉਹਦੇ ਆਪਣਾ ਜਗ੍ਹਾ ਬਣਾਈ ਜਿਹਦੇ ਵਿੱਚ ਰੱਖਣ ਵਾਸਤੇ, ਉਹਨੂੰ ਸੰਭਾਲ ਕਰਨ ਵਾਸਤੇ, ਉਹ ਚੰਦਨ ਦੀ ਬਣੀ ਹੋਈ ਸੀ ਜਿਹਦੇ ਬੜੀ ਚਿੱਤਰਕਾਰੀ ਕੀਤੀ ਸੀ। ਉਹ 8 ਕੋਣਾ ਸਰੂਪ ਸੀ। ਸਾਨੂੰ ਬੜੀ ਪਛਾਣ ਹੈ, ਅਸੀਂ ਝੱਟ ਦੇਖ ਸਕਦੇ ਹਾਂ ਵੀ ਜੇ ਸੜੀ ਹੁੰਦੀ ਚੀਜ਼ ਤੇ ਉੱਥੇ ਉਹਦਾ ਕੋਈ ਨਾ ਕੋਈ ਮਲਬਾ ਹੁੰਦਾ। ਜੂਨ 1984 ਦੌਰਾਨ ਸਾਕਾ ਨੀਲਾ ਤਾਰਾ ਦਾ ਜੋ ਦੁਖਾਂਤ, ਜੋ ਭਾਣਾ ਸਿੱਖਾਂ ਨਾਲ ਵਾਪਰਿਆ, ਉਸ ਦਾ ਦਰਦ ਅੱਜ ਵੀ ਸਿੱਖਾਂ ਦੇ ਚਿਹਰੇ ਤੇ ਸਾਫ਼ ਦਿਖਾਈ ਦਿੰਦਾ। ਸਮੇਂ ਦੇ ਨਾਲ ਭਾਵੇਂ ਸਿੱਖਾਂ ਦੇ ਜ਼ਖਮ ਕੁਝ ਹੱਦ ਤੱਕ ਭਰ ਗਏ ਨੇ, ਪਰ ਸਿੱਖ ਇਤਿਹਾਸ ਦੀ ਨਿਸ਼ਾਨੀ ਨੂੰ ਯਾਦ ਦਿਵਾਉਂਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਅੱਜ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ। ਹੁਣ ਤੱਕ ਬਹੁਮੁੱਲੇ ਦਸਤਾਵੇਜ਼ਾਂ ਨੂੰ ਸਰਕਾਰ ਵੱਲੋਂ ਵਾਪਸ ਨਹੀਂ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਤਾਬਕ ਜਾਣਬੁੱਝ ਕੇ ਸਿੱਖਾਂ ਦੇ ਵਿਰਸੇ ਤੇ ਇਤਿਹਾਸ ਨੂੰ ਖਤਮ ਕਰਨ ਲਈ ਇਸ ਖਜ਼ਾਨੇ ਨੂੰ ਅੱਗ ਲਾ ਦਿੱਤੀ ਗਈ ਸੀ ਅਤੇ ਕੁਝ ਨਾਇਆਬ ਪੁਸਤਕਾਂ ਤੇ ਬਹੁਮੁੱਲੀ ਵਸਤਾਂ ਫੌਜ ਆਪਣੇ ਨਾਲ ਲੈ ਗਈ। ਇਹ ਦਾਅਵਾ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਕਮੇਟੀ ਇਹ ਵੀ ਕਹਿੰਦੀ ਹੈ ਕਿ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਇਹ ਖਜ਼ਾਨਾ ਤੇ ਦਸਤਾਵੇਜ਼ ਹੁਣ ਤੱਕ ਵਾਪਸ ਨਹੀਂ ਮਿਲੇ। ਸ੍ਰੀ ਅਕਾਲ ਤਖਤ ਸਾਹਿਬ ਦੇ ਮਰਹੂਮ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ, ਜੋ ਕਿ ਉਸ ਵੇਲੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਰਦਾਸੀਏ ਸਿੰਘ ਸਨ, ਉਹਨਾਂ ਨੇ ਦੱਸਿਆ ਕਿ ਉਹ ਉਸ ਵੇਲੇ ਅੰਦਰ ਮੌਜੂਦ ਸੀ ਜਦੋਂ ਸਾਕਾ ਨੀਲਾ ਤਾਰਾ ਵਾਪਰਿਆ ਤੇ ਉਹਨਾਂ ਦੇ ਮੁਤਾਬਕ ਇਹ ਸਰਕਾਰ ਦਾ ਵੱਡਾ ਫੇਲੀਅਰ ਸੀ ਜੋ ਇੰਨਾ ਵੱਡਾ ਹਾਦਸਾ ਵਾਪਰ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੁਝ ਧਿਰਾਂ ਉਸ ਵਕਤ ਸਿਆਣਪ ਵਰਤਦੀਆਂ ਤਾਂ ਸਾਕਾ ਨੀਲਾ ਤਾਰਾ ਟਾਲਿਆ ਜਾ ਸਕਦਾ ਸੀ। ਜਿਸ ਵੇਲੇ ਸਾਕਾ ਨੀਲਾ ਤਾਰਾ ਦਾ ਮਹਾ ਦੁਖਾਂਤ ਵਾਪਰਿਆ, ਉਸ ਵੇਲੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਸ਼੍ਰੀ ਦਰਬਾਰ ਸਾਹਿਬ ਵਿਖੇ ਅਰਦਾਸੀਏ ਸਿੰਘ ਸਨ। ਜਦੋਂ ਫੌਜ ਦਾ ਹਮਲਾ ਸ਼ੁਰੂ ਹੋਇਆ, ਉਸ ਵੇਲੇ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਦਰਬਾਰ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੌਜੂਦ ਸਨ। ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸ ਵਕਤ ਨੂੰ ਯਾਦ ਕਰਕੇ ਅੱਜ ਵੀ ਰੌਂਗਟੇ ਖੜੇ ਹੋ ਜਾਂਦੇ ਨੇ।
ਉਹਨਾਂ ਸਰਕਾਰ ਦੀ ਨੀਅਤ ਉੱਤੇ ਸਵਾਲ ਚੁੱਕਦਿਆਂ ਇਹ ਸਵਾਲ ਖੜਾ ਕੀਤਾ ਕਿ ਕੀ ਸਰਕਾਰ ਦਾ ਖੁਫੀਆ ਤੰਤਰ ਇੰਨਾ ਨਿਕੰਮਾ ਸੀ ਕਿ ਉਸ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਵੱਡੀ ਮਾਤਰਾ ਦੇ ਵਿੱਚ ਮਾਰੂ ਹਥਿਆਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾ ਰਹੇ ਨੇ। ਪਰ ਮੈਂ ਇਹ ਦੇਖਿਆ ਵੀ ਜਿਹੜੀਆਂ ਨਾ ਉਹ ਖੁਫੀਆ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਹੁੰਦੀਆਂ ਜਾਂ ਜਿਹਨੂੰ CID ਕਹਿੰਦੇ ਆ, ਉਹਨਾਂ ਦੇ ਸਿਰ ਤੇ ਨਿਰਭਰ ਕਰਦੀ ਆ। ਉਹ ਸਰਕਾਰਾਂ ਕਾਮਯਾਬ ਹੁੰਦੀਆਂ ਨੇ ਜਿਨ੍ਹਾਂ ਦੀਆਂ ਗੁਪਤ CID ਬੜੀ ਮਜ਼ਬੂਤ ਹੋਵੇ। ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੋਇਆ ਇਸ ਗੱਲ ਦਾ ਵੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਇਹ ਦਾਅਵਾ ਕਰਦੀ ਹੈ ਵੀ ਬਹੁਤ ਸਾਡੇ ਕੋਲ ਸ਼ਕਤੀ ਹੈ, ਪਰ ਉਹ ਇਸ ਗੱਲ ਦੇ ਵਿੱਚ ਫੇਲ ਹੋ ਗਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਸ਼ਾਂਤੀ ਦਾ ਕੇਂਦਰ ਸੀ, ਉਹਦੇ ਵਿੱਚ ਇੰਨੇ ਹਥਿਆਰ ਕਿਵੇਂ ਆਏ, ਉਹਨਾਂ ਨੂੰ ਸਰਕਾਰ ਨੂੰ ਪਤਾ ਨਹੀਂ ਲੱਗਾ ਇਸ ਗੱਲ ਦਾ। ਪਹਿਲਾਂ ਰੋਕਥਾਮ ਕੀਤੀ ਜਾ ਸਕਦੀ ਸੀ। ਇਸ ਦੀ ਪਾਵਨ ਧੂੜੀ ਨੂੰ ਲੋਕ ਪਰਸਣ ਵਾਸਤੇ ਆਉਂਦੇ ਨੇ, ਪਰ ਜੋ ਕੁਝ ਇੱਥੇ ਦੇਖਿਆ ਮੇਰਾ ਦਿਲ ਕੰਬ ਗਿਆ ਵੇਖ ਕੇ ਵੀ ਉਸ ਵੇਲੇ ਮੈਂ ਆਪਣਾ ਉਸ ਦਿਲ ਵਿੱਚੋਂ ਬਿਆਨ ਨਹੀਂ ਕਰ ਸਕਦਾ ਵੀ ਜਿੱਥੋਂ ਲੋਕ ਆਤਮਿਕ ਸ਼ਾਂਤੀ ਲੈਣ ਵਾਸਤੇ ਆਉਂਦੇ ਨੇ, ਅੱਜ ਇੱਥੇ ਇੱਕ ਤਿਲ ਜਿੰਨੀ ਵੀ ਜਗ੍ਹਾ ਖਾਲੀ ਨਹੀਂ ਸੀ ਪ੍ਰਕਰਮਾਂ ਦੇ ਵਿੱਚ ਜਿੱਥੇ ਖੋਲ ਨਹੀਂ ਸੀ ਔਰ ਲੋਥਾਂ ਪਈਆਂ ਸੀ। ਉਹਨਾਂ ਦਿਲ ਕਬਾਊ ਦ੍ਰਿਸ਼ਾਂ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਕੁਝ ਧਿਰਾਂ ਵੱਲੋਂ ਜੇਕਰ ਸਮਝਦਾਰੀ ਵਿਖਾਈ ਜਾਂਦੀ ਤਾਂ ਸਾਕਾ ਨੀਲਾ ਤਾਰਾ ਟਲ ਸਕਦਾ ਸੀ। ਖਾਸ ਤੌਰ ਤੇ ਉਹਨਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਬੇਸ਼ਕੀਮਤੀ ਖਜ਼ਾਨੇ ਬਾਰੇ ਲੁੱਟੇ ਜਾਣ ਬਾਰੇ ਕਿਹਾ ਕਿ ਹੀਰੇ ਜਵਾਹਰਾਤ ਦੀਆਂ ਵਸਤਾਂ ਦੁਬਾਰਾ ਬਣ ਜਾਂਦੀਆਂ ਨੇ, ਪਰ ਹਸਤਲਿਖਤ ਖਜ਼ਾਨਾ ਜਿਹੜਾ ਕਿ ਉਹਨਾਂ ਦੀ ਰੂਹ ਦੇ ਕੋਲ ਸੀ ਮੁੜ ਤੋਂ ਇਕੱਠਾ ਨਹੀਂ ਹੋ ਸਕਦਾ। ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਰਤੀ ਦਾ ਕਹਿਣਾ ਹੈ ਕਿ 1, 2 ਤੇ 3 ਜੂਨ ਹਾਲਾਤ ਜ਼ਿਆਦਾ ਖਰਾਬ ਨਹੀਂ ਸਨ। ਹਾਲਾਂਕਿ ਫੌਜ ਇੱਥੇ ਵੱਡੀ ਸੰਖਿਆ 'ਚ ਤੈਨਾਤ ਸੀ। ਇਸ ਤੋਂ ਬਾਅਦ 4 ਜੂਨ ਨੂੰ ਸਵੇਰੇ ਅਰਦਾਸ ਹੋ ਰਹੀ ਸੀ ਅਤੇ ਉਸ ਵੇਲੇ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਵੱਡਾ ਗੋਲਾ ਆ ਕੇ ਡਿੱਗਿਆ। ਇਹ ਗੋਲਾ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਥੜਾ ਸਾਹਿਬ ਦੇ ਵਿਚਕਾਰ ਆ ਕੇ ਡਿੱਗਿਆ। ਇਸ ਧਮਾਕੇ ਦੀ ਆਵਾਜ਼ ਨਾਲ ਸੰਗਤ ਡਰ ਗਈ ਅਤੇ ਉਹ ਦੇਖਣਾ ਚਾਹੁੰਦੀ ਸੀ ਕਿ ਇੰਨੀ ਜ਼ੋਰ ਦਾ ਧਮਾਕਾ ਕਿਸ ਚੀਜ਼ ਦਾ ਹੋਇਆ। ਫੌਜ ਵੱਲੋਂ ਅੰਮ੍ਰਿਤ ਵੇਲੇ ਹਮਲਾ ਕੀਤਾ ਗਿਆ ਅਤੇ ਜਿਸ ਵਕਤ ਆਸਾ ਦੀ ਵਾਰ ਦਾ ਭੋਗ ਪਾਇਆ ਗਿਆ, ਲਗਾਤਾਰ ਗੋਲੀਬਾਰੀ ਸ਼ੁਰੂ ਹੋ ਗਈ। ਮੇਰੀ ਪਹਿਲੀ ਤਰੀਕ ਤੋਂ ਡਿਊਟੀ ਅਰਦਾਸੀਆ ਸਿੰਘ ਦੀ, ਮੈਂ ਉਦੋਂ ਅਰਦਾਸੀਆ ਸਿੰਘ ਸੀਗਾ, ਸੇਵਾ ਕਰਦੇ ਰਹੇ ਤੇ 1 ਨੂੰ 2 ਨੂੰ 3 ਨੂੰ ਠੀਕ ਸੀ, ਕੋਈ ਐਡੀ ਵੱਡੀ ਗੜਬੜ ਨਹੀਂ ਸੀ। 4 ਤਰੀਕ ਨੂੰ ਫਿਰ ਅੰਮ੍ਰਿਤ ਵੇਲੇ ਜਦੋਂ 4:45 ਵਜੇ ਅਰਦਾਸ ਦਾ ਟਾਈਮ ਸੀ, ਅਰਦਾਸ ਕੀਤੀ। ਉਹ ਅਰਦਾਸ ਕਰਨ ਦੇ ਸਮੇਂ ਵਿੱਚ ਹੀ ਇੱਕ ਇਹ ਜਲਿਆਂਵਾਲੇ ਬਾਗ ਵੱਲੋਂ ਗੋਲਾ ਆਇਆ, ਜਿਹੜਾ ਕਿ ਸਿੰਧੀਆਂ ਦੀ ਧਰਮਸ਼ਾਲਾ ਬਾਬੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਥੜਾ ਸਾਹਿਬ ਗੁਰਦੁਆਰਾ ਅਤੇ ਅਕਾਲ ਤਖਤ ਦੇ ਵਿਚਾਲੇ ਇਹ ਜਗ੍ਹਾ ਸੀਗੀ। ਉਹ ਬੜੀ ਭਾਵਨਾ ਨਾਲ ਕਾਫੀ ਜਗ੍ਹਾ ਸੀਗੀ ਅਤੇ ਸਿੰਧੀ ਇੱਥੇ ਸੇਵਾ ਕਰਦੇ ਸੀਗੇ। ਉਹ ਫਿਰ ਉੱਪਰ ਜਦੋਂ ਗੋਲਾ ਵੱਜਿਆ, ਅਰਦਾਸ ਕਰਨ ਤੋਂ ਬਾਅਦ ਪ੍ਰਸ਼ਾਦ ਵਰਤਾਇਆ ਗਿਆ ਅਤੇ ਮੈਂ ਵੀ ਵੇਖਣ ਵਾਸਤੇ ਗਿਆ। ਅਸੀਂ ਵੇਖਿਆ ਕੁਝ 5-10 ਇੱਟਾਂ ਉੱਪਰੋਂ ਡਿੱਗੀਆਂ ਹੋਈਆਂ ਥੱਲੇ ਲੱਗੀਆਂ, ਸਾਰੇ ਕੁਝ ਲੋਕ ਵੇਖਦੇ ਸੀ ਵੀ ਇੱਥੇ ਗੋਲਾ ਡਿੱਗਿਆ। ਉਦੋਂ ਬਾਅਦ ਅਰਦਾਸ ਹੋਈ, ਆਸਾ ਦੀ ਵਾਰ ਦਾ ਭੋਗ ਪਿਆ। ਉਸ ਤੋਂ ਉਪਰੰਤ ਫਿਰ ਹੌਲੀ ਹੌਲੀ ਗੋਲੀਆਂ ਸ਼ੁਰੂ ਹੋ ਗਈਆਂ। ਗੋਲੀਆਂ ਫਿਰ ਦੁਪਹਿਰ ਤੱਕ ਜਾਣੀ ਗੋਲੀ ਚੱਲਦੀ ਰਹੀ। ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਦਾ ਕਹਿਣਾ ਹੈ ਕਿ ਇਸ ਹਮਲੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਵਿਰਾਜਮਾਨ ਨਹੀਂ ਕੀਤਾ ਜਾ ਸਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਰ ਕੀ ਪੌੜੀ ਤੇ ਹੀ ਵਿਰਾਜਮਾਨ ਕਰ ਦਿੱਤਾ ਗਿਆ। 4 ਤਰੀਕ ਨੂੰ ਫੌਜ ਨੇ ਸਾਰਾ ਇਲਾਕਾ ਘੇਰ ਲਿਆ ਤੇ ਲਗਾਤਾਰ ਗੋਲੀਬਾਰੀ ਚੱਲਦੀ ਰਹੀ। 4 ਤੇ 5 ਤਰੀਕ ਨੂੰ ਕੋਈ ਵੀ ਥਾਂ ਖਾਲੀ ਨਜ਼ਰ ਨਾ ਆਈ ਤੇ ਕੋਈ ਵੀ ਸੁਰੱਖਿਅਤ ਨਹੀਂ ਸੀ। ਸੋ ਫੌਜੀ ਹਮਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਢਾਹ-ਢੇਰੀ ਕਰ ਦਿੱਤਾ। ਅਸੀਂ ਆਪਣੇ ਥੋੜੇ ਜਿਹੇ ਢੰਗ ਤਰੀਕੇ ਦੇ ਨਾਲ ਆ ਗਏ ਵਾਪਸ ਇਸ ਮਕਾਨਾਂ 'ਚ ਹੀ ਆ ਗਏ। 4 ਤਰੀਕ ਨੂੰ ਫਿਰ ਮੈਂ ਡਿਊਟੀ 'ਤੇ ਸੀ ਗਏ। ਉਦਣ ਜਿਹੜੀ 3 ਤਰੀਕ ਸੀ ਸ਼ਾਮ ਨੂੰ ਅਸੀਂ ਫਿਰ ਸਰੂਪ ਮਹਾਰਾਜ ਜੀ ਦਾ ਪਾਲਕੀ ਅਕਾਲ ਤਖਤ 'ਤੇ ਨਹੀਂ ਜਾ ਸਕੀ। ਉੱਥੇ ਹੀ ਹਲਕੀ ਪੌੜੀ 'ਤੇ ਹੀ ਮਹਾਰਾਜ ਦਾ ਸਰੂਪ ਬਿਰਾਜਮਾਨ ਕਰ ਦਿੱਤਾ। ਮੈਂ 4 ਤਰੀਕ ਨੂੰ ਫਿਰ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਘਰ ਵਾਲੀ ਵੀ ਮੇਰੀ ਸਿੱਖਣੀ ਨਾਲ ਅਸੀਂ ਕਿਹਾ ਵੀ ਚਲੋ ਦਰਸ਼ਨ ਕਰਦੇ ਹਾਂ ਨਾਲ ਚਲੋ। ਆਏ ਅਤੇ ਭਾਈ ਸਾਡੇ ਸਿੰਘ ਸਾਹਿਬ ਗਿਆਨੀ ਸਿੰਘ ਸਾਹਿਬ ਸਨ, ਉਹਨਾਂ ਨੇ
ਸਾਡੇ ਜਾਂਦਿਆਂ ਨੂੰ ਪ੍ਰਕਾਸ਼ ਕੀਤਾ ਜੀ ਮਹਾਰਾਜ ਦਾ ਸਰੂਪ। ਤੇ ਆਸਾ ਦੀ ਵਾਰ ਕੋਈ ਕੀਰਤਨ ਵਾਲਾ ਕੋਈ ਨਹੀਂ ਸੀਗਾ ਉਹ ਸਮਾਂ, ਬਸ ਫਿਰ ਲੰਘ ਗਿਆ। ਤੇ 10 ਵਜੇ ਨੂੰ ਭਾਈ ਗੁਰਦੀਪ ਸਿੰਘ ਮੇਰੇ ਸਾਥੀ ਯਾਰ ਦਾ ਸੀਗਾ, ਉਹ ਆ ਗਿਆ। ਉਹਦੇ ਆਉਣ ਨਾਲ ਮੈਂ ਵਾਪਸ ਇੱਥੇ ਆ ਸਾਡਾ ਆਲਾ ਦੁਆਲਾ ਜਿਹੜਾ ਸੀ ਸਾਰਾ ਆਰਮੀ ਨੇ ਘੇਰ ਲਿਆ। ਫਿਰ 4 ਤਰੀਕ 5 ਤਰੀਕ ਸ਼ਾਮ ਤੱਕ ਤਾਂ ਫਿਰ ਵੀ ਕੋਈ ਵੀ ਜਗ੍ਹਾ ਖਾਲੀ ਨਹੀਂ ਸੀਗੀ। ਸਾਕਾ ਨੀਲਾ ਤਾਰਾ ਦੌਰਾਨ ਜਿੱਥੇ ਸੈਂਕੜੇ ਸਿੰਘ ਸ਼ਹੀਦ ਹੋ ਗਏ, ਮਾਸੂਮ ਮਾਰੇ ਗਏ, ਉੱਥੇ ਹਲੇ ਵੀ ਬਹੁਤ ਸਾਰੇ ਲੋਕ ਲਾਪਤਾ ਨੇ। ਅੱਜ ਵੀ ਮਾਪਿਆਂ ਨੂੰ ਉਡੀਕ ਹੈ ਕਿ ਉਹਨਾਂ ਦਾ ਪੁੱਤਰ ਘਰ ਵਾਪਸ ਆਏਗਾ, ਪਰ ਇਹ ਉਡੀਕ ਕਦੋਂ ਖਤਮ ਹੋਵੇਗੀ ਇਹ ਕਿਸੇ ਨੂੰ ਨਹੀਂ ਪਤਾ। ਜ਼ਿਲ੍ਹਾ ਤਰਨਤਾਰਨ ਦੇ ਚਬਾਲ ਦਾ ਇੱਕ ਅਜਿਹਾ ਪਰਿਵਾਰ ਜਿਹੜਾ 5 ਜੂਨ ਦਰਬਾਰ ਸਾਹਿਬ ਸੇਵਾ ਕਰਨ ਗਿਆ ਪਰ ਆਪਣਾ ਪੁੱਤ ਗਵਾਇਆ। ਆਪਣੇ ਪੁੱਤਰ ਦੀ ਉਡੀਕ ਅੱਜ ਵੀ ਇਸ ਪਰਿਵਾਰ ਨੂੰ ਹੈ। ਇਸ ਪਰਿਵਾਰ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ, ਪਰ ਫਿਰ ਵੀ ਮਾਪਿਆਂ ਨੂੰ ਇੰਤਜ਼ਾਰ ਹੈ ਕਿ ਸ਼ਾਇਦ ਉਹਨਾਂ ਦਾ ਪੁੱਤਰ ਵਾਪਸ ਆ ਜਾਏ। ਸ੍ਰੀ ਦਰਬਾਰ ਸਾਹਿਬ ਸੇਵਾ ਨੂੰ ਜਾਣ ਵਾਲੇ ਖਾਸ ਤੌਰ ਤੇ ਨੌਜਵਾਨ ਘਰ ਵਾਪਸ ਪਰਤ ਆਉਣਗੇ ਸਾਕਾ ਨੀਲਾ ਤਾਰਾ ਵੇਲੇ, ਇਸ ਗੱਲ ਦੀ ਕੋਈ ਗਰੰਟੀ ਨਹੀਂ ਸੀ। ਬਲਕਾਰ ਸਿੰਘ ਵੀ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਦਰਬਾਰ ਸਾਹਿਬ ਸੇਵਾ ਕਰਨ ਜਾ ਰਿਹਾ, ਪਰ ਉਹ ਅੱਜ ਤੱਕ ਪਰਤ ਨਾ ਸਕਿਆ। ਬੇਟਾ ਸੀ, ਉਹਦਾ ਨਾਮ ਬਲਕਾਰ ਸਿੰਘ ਸੀ। ਉਹ 5 ਜੂਨ ਨੂੰ ਗਿਆ ਦਰਬਾਰ ਸਾਹਿਬ, ਕਹਿੰਦਾ ਮੰਮੀ ਮੈਂ ਸੇਵਾ ਕਰਨ ਜਾਣਾ। ਡੀਸੀ ਦਫ਼ਤਰ ਕਚਹਿਰੀ ਗਏ ਕੇ ਦੱਸਿਆ, ਉੱਥੇ ਵੇਖਿਆ ਜਾ ਕੇ ਫਾਈਲਾਂ ਫੁੱਲੀਆਂ ਐਲਬਮ ਦੇ ਵਿੱਚ ਸਾਨੂੰ ਦੱਸਿਆ। ਫਿਰ ਅਸੀਂ ਬਹਿ ਗਏ ਆਰਾਮ ਨਾਲ। ਇਹ ਆਹ ਵਾਲ ਉਹਦੇ ਖਿਲ ਰਹੇ ਸਾਰੇ ਤੇ ਲਹੂ ਲੱਗਾ ਮੱਥੇ ਤੇ। ਆਪਣਾ ਬੰਦਾ ਪਛਾਣ ਹੀ ਲਈਦਾ। ਫਿਰ ਮੈਂ ਪਛਾਣ ਲਿਆ ਉਹਨੂੰ। ਅਸੀਂ ਹਸਪਤਾਲ ਚੁੱਕ ਕੇ ਲੈ ਗਏ। ਉਹਨਾਂ ਆਖਿਆ ਮੁੱਕ ਗਿਆ, ਟਾਇਰ ਹੋ ਗਿਆ। ਸਾਕਾ ਨੀਲਾ ਤਾਰਾ ਦਾ ਦੁਖਾਂਤ ਬੀਤ ਜਾਣ ਤੋਂ ਬਾਅਦ ਵੀ ਇਹ ਪਰਿਵਾਰ ਕਈ ਸਾਲ ਥਾਂ-ਥਾਂ ਭਟਕਦਾ ਰਿਹਾ। ਜਦੋਂ ਬਲਕਾਰ ਦੀ ਕੋਈ ਸੂਹ ਨਾ ਮਿਲੀ ਤਾਂ ਬਲਕਾਰ ਦੀ ਤਲਾਸ਼ ਜੇਲ੍ਹਾਂ ਵਿੱਚ ਵੀ ਕੀਤੀ ਗਈ। ਆਖਰਕਾਰ ਕਿਸੇ ਨੇ ਸਲਾਹ ਦਿੱਤੀ ਕਿ ਸਾਕਾ ਨੀਲਾ ਤਾਰਾ ਦੇ ਵਿੱਚ ਮਾਰੇ ਗਏ ਲੋਕਾਂ ਦੀ ਫਾਈਲ ਡੀਸੀ ਦਫ਼ਤਰ ਦੇਖੀ ਜਾਵੇ। ਉਸ ਵੇਲੇ ਬਜ਼ੁਰਗ ਮਾਪਿਆਂ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਬਲਕਾਰ ਦੀ ਫੋਟੋ ਵੀ ਮਾਰੇ ਗਏ ਲੋਕਾਂ ਦੇ ਵਿੱਚ ਸ਼ਾਮਲ ਸੀ। ਹਾਲਾਂਕਿ ਮਾਪਿਆਂ ਨੇ ਬਲਕਾਰ ਦੀ ਮ੍ਰਿਤਕ ਦੇਹ ਦੀ ਫੋਟੋ ਵੀ ਵੇਖ ਲਈ, ਪਰ ਉਸ ਦੇ ਬਾਵਜੂਦ ਉਹਨਾਂ ਨੂੰ ਉਡੀਕ ਹੈ ਕਿ ਉਹਨਾਂ ਦਾ ਬਲਕਾਰ ਇੱਕ ਦਿਨ ਜ਼ਰੂਰ ਵਾਪਸ ਆਏਗਾ। ਨਾ ਕਿਸੇ ਨੇ ਸਾਡੀ ਬਾਂਹ ਫੜੀ, ਨਾ ਸਾਡੀ ਸੁਣਾਈ ਕੀਤੀ, ਨਾ ਕਚਹਿਰੀ 'ਚ ਕੀਤੀ ਆ। ਮਾਹੌਲ ਤਾਂ ਬਹੁਤ ਹੀ ਮਾੜਾ ਸੀ ਇੱਥੇ ਵੀ ਤੇ ਅੰਮ੍ਰਿਤਸਰ 'ਚ ਵੀ। ਅਸੀਂ ਡਰਦੇ ਬਾਹਰ ਨਹੀਂ ਨਿਕਲੇ। ਇਹਨਾਂ ਨੇ ਇੱਕ ਦੀ ਜਾਨ ਗਵਾਚੀ, ਹੁਣ ਦੂਜਿਆਂ ਤੇ ਨਾਲ ਜਾ ਕੇ ਕਿਤੇ ਫੜਾ ਲੈਣਗੇ। ਅਸੀਂ ਬਿਲਕੁਲ ਜਾਂਦੇ ਰਹੇ ਆ। ਉੱਥੇ ਬਹੁਤ ਭੀੜ ਹੁੰਦੀ ਸੀ, ਲੋਕੀ ਦੁਨੀਆ ਆਉਂਦੀ, ਸਾਡਾ ਵੀ ਮੁੱਕ ਗਿਆ, ਸਾਡਾ ਵੀ ਮੁੱਕ ਗਿਆ। ਮੇਰੀਆਂ ਤਾਂ ਉੱਥੇ ਲੱਤਾਂ ਕੰਬਣ ਡੈ ਪਈਆਂ ਸੀ, ਮੈਂ ਤੁਰਦੀ ਹਾਂ ਤੇ। ਸੋ ਸਾਕਾ ਨੀਲਾ ਤਾਰਾ ਦੀ ਅਣਫਰੋਲੀ ਦਾਸਤਾਨ ਹੈ ਦਰਦ ਦੀ, ਕਤਲੇਆਮ ਦੀ, ਦੁੱਖ ਦੀ। ਇਹ ਕਹਾਣੀ ਹੈ ਸਿਦਕ ਦੀ, ਸੰਤੋਖ ਦੀ। ਇਹ ਕਹਾਣੀ ਹੈ ਸਿੱਖਾਂ ਤੇ ਮਾਸੂਮਾਂ ਤੇ ਚੜੇ ਟੈਂਕਾਂ ਦੀ, ਜਿਸ ਦਾ ਦਰਦ, ਜਿਸ ਦਾ ਸੇਕ ਤਾ ਉਮਰ ਰਹਿ ਕੇ ਯਾਦ ਦਿਵਾਉਂਦਾ ਰਹੇਗਾ ਕਿ ਕਿਵੇਂ ਆਪਣੀ ਹੀ ਸਰਕਾਰ ਨੇ ਆਪਣਿਆਂ ਤੇ ਹੀ ਟੈਂਕਾਂ ਤੇ ਤੋਪਾਂ ਦੇ ਮੂੰਹ ਖੋਲ ਦਿੱਤੇ ਸੀ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।